ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਬਰਾਂ ਦੇ ਆਰ-ਪਾਰ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਬਠਿੰਡਾ ਦੀ। ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਅਸੀਂ ਬਠਿੰਡਾ ਨਾਲ ਜੁੜੀਆਂ ਹੋਈਆਂ 3 ਵੱਡੀਆਂ ਖਬਰਾਂ ਦੀ ਤੇ ਅਸੀਂ ਉਹਨਾਂ ਖਬਰਾਂ ਦੇ ਆਰ-ਪਾਰ ਝਾਂਕਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਠਿੰਡਾ ਜਿਹੜਾ ਉਹ ਇਸ ਵੇਲੇ ਮਾਲਵਾਦੀ ਹੱਬ ਹੈ। ਹਰ ਕਿੱਤੇ ਦੇ ਵਿੱਚ ਬਠਿੰਡਾ ਇਸ ਵੇਲੇ ਅੱਗੇ ਵਧ ਰਿਹਾ ਹੈ। ਹਰ ਖੇਤਰ ਦੇ ਵਿੱਚ, ਚਾਹੇ ਉਹ ਸਿੱਖਿਆ ਦਾ ਹੋਵੇ, ਚਾਹੇ ਉਹ ਸਿਹਤ ਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਖੇਤਰ ਹੋਵੇ, ਉਸ ਦੇ ਵਿੱਚ ਅੱਗੇ ਵਧ ਰਿਹਾ ਹੈ। ਤੇ ਬਠਿੰਡਾ ਨੇ ਪਿਛਲੇ ਲਗਾਤਾਰ 3 ਸਾਲਾਂ ਤੋਂ ਮਾਰ ਕੇ ਮਾਰੇ ਨੇ ਸਵੱਛ ਭਾਰਤ ਮੁਹਿੰਮ ਦੇ ਵਿੱਚ। ਪਹਿਲੀ ਖਬਰ ਦੀ ਅਸੀਂ ਚਰਚਾ ਜਿਹੜੀ ਕਰਾਂਗੇ ਉਹ ਸਵੱਛ ਭਾਰਤ ਮੁਹਿੰਮ ਦੇ ਤਹਿਤ ਬਠਿੰਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੱਕ ਵਾਰ ਫਿਰ ਜਾਣੀ ਹੈਟ੍ਰਿਕ ਬਣਾਈ ਹੈ ਬਠਿੰਡਾ ਨੇ। ਬੀਤੇ 3 ਸਾਲਾਂ ਤੋਂ ਲਗਾਤਾਰ ਪਹਿਲੇ ਸਥਾਨ ਤੇ ਆ ਰਿਹਾ ਪੰਜਾਬ ਦੇ ਵਿੱਚੋਂ। ਤੇ ਦੂਸਰੀ ਖਬਰ ਸਾਡੀ ਚਰਚਾ ਦੇ ਵਿੱਚ ਹੋਊਗੀ, ਇਹ ਹੋਊਗੀ ਬਠਿੰਡਾ ਦੇ ਵਿੱਚ ਬਰਸਾਤੀ ਪਾਣੀ। ਅਕਸਰ ਤੁਸੀਂ ਮੀਡੀਆ ਦੇ ਵਿੱਚ ਵੀ ਦੇਖਦੇ ਹੋ, ਰਿਪੋਰਟਾਂ ਦੇਖਦੇ ਹੋ ਤੇ ਟੈਲੀਮੀਡੀਆ ਦੇ ਰਾਹੀਂ ਵੀ ਤੁਸੀਂ ਕਾਫੀ ਕੁਝ ਦੇਖਦੇ ਹੋ ਕਿ ਕਿਸ ਤਰ੍ਹਾਂ ਬਠਿੰਡਾ ਜਿਹੜਾ ਉਹ ਝੀਲਾਂ ਦਾ ਰੂਪ ਧਾਰ ਜਾਂਦਾ ਹੈ। ਸੀਵਰੇਜ ਵਿਵਸਥਾ ਅਜੇ ਵੀ ਨਾਕਸ ਹੈ ਇੱਥੋਂ ਦੀ, ਹਾਲਾਂਕਿ ਸਿਆਸੀ ਵਾਅਦੇ ਹਰ ਵਾਰ ਹੁੰਦੇ ਨੇ। ਇਸ 'ਤੇ ਚਰਚਾ ਕਰਾਂਗੇ। ਤੀਸਰੀ ਖਬਰ ਜਿਹੜੀ ਹੈ ਉਹ ਇੰਨੇ ਦਿਨੀ ਜਿਹੜਾ ਜਨਤਾ ਦੇ ਪੈਸੇ ਦੀ ਸਰਕਾਰੀ ਲਾਪਰਵਾਹੀ ਕਾਰਨ ਇੱਥੇ ਬਰਬਾਦੀ ਹੋ ਰਹੀ ਹੈ, ਉਸ 'ਤੇ ਚਰਚਾ ਕਰਾਂਗੇ। ਸੋ ਪਹਿਲੀ ਖਬਰ 'ਤੇ ਚਰਚਾ ਅਸੀਂ ਸ਼ੁਰੂ ਕਰਾਂਗੇ। ਇੱਥੋਂ ਦੇ ਰੈਂਕਿੰਗ ਜੋ ਆਈ ਹੈ ਸਵੱਛ ਭਾਰਤ ਮੁਹਿੰਮ ਦੇ ਵਿੱਚ, ਬਠਿੰਡਾ ਨੇ ਇੱਕ ਵਾਰ ਫਿਰ ਬਾਜੀ ਮਾਰੀ ਹੈ, ਹੈਟ੍ਰਿਕ ਬਣੀ ਹੈ ਬਠਿੰਡਾ ਦੀ। ਤੇ ਤਾਜ਼ਾ ਰੈਂਕਿੰਗ ਜੋ ਜਾਰੀ ਹੋਈ ਹੈ ਸਵੱਛ ਭਾਰਤ ਮੁਹਿੰਮ ਦੀ, ਉਸ ਦੇ ਵਿੱਚ ਬਠਿੰਡਾ ਜਿਹੜਾ ਉਹ ਪਹਿਲੇ ਸਥਾਨ 'ਤੇ ਆਇਆ ਪੰਜਾਬ ਦੇ ਵਿੱਚੋਂ, ਪੂਰੇ ਪੰਜਾਬ ਦੇ ਵਿੱਚੋਂ। ਹਾਲਾਂਕਿ ਜਦੋਂ ਪੂਰੇ ਭਾਰਤ ਦੀ ਗੱਲ ਕਰਾਂਗੇ ਤਾਂ ਉਸ ਦੇ ਵਿੱਚ ਬਠਿੰਡਾ ਜਿਹੜਾ ਉਹ ਬੁਰੀ ਤਰ੍ਹਾਂ ਲੁੜਕਿਆ ਵੀ ਹੈ। ਇਸ ਸਾਰੀ ਚੀਜ਼ 'ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਠਿੰਡਾ ਦੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਟਰਮ ਪੂਰੀ ਕਰ ਚੁੱਕੇ ਨੇ ਤੇ ਜਲਦੀ ਹੀ ਬਠਿੰਡਾ ਦੇ ਵਿੱਚ ਜਿਹੜੀ ਹੈ ਉਹ ਨਗਰ ਨਿਗਮ ਦੀ ਚੋਣ ਵੀ ਡਿਊ ਹੈ, ਕਿਉਂਕਿ ਕਰੋਨਾ ਵਾਇਰਸ ਚੱਲ ਰਿਹਾ। ਚੋਣ ਅਜੇ ਕੁਝ ਮਹੀਨਿਆਂ ਨੂੰ ਹੋਣੀ ਹੈ, ਉਹ ਬਾਅਦ ਦੀ ਗੱਲ ਹੈ। ਪਰ ਅੱਜ ਅਸੀਂ ਚਰਚਾ ਕਰਾਂਗੇ ਬਠਿੰਡਾ ਦੇ ਲੋਕਾਂ ਦੀਆਂ ਉਹਨਾਂ ਸਮੱਸਿਆਵਾਂ 'ਤੇ ਜੋ 2-4 ਹੋ ਰਹੇ ਨੇ ਪਿਛਲੇ ਸਾਲਾਂ ਤੋਂ ਲਗਾਤਾਰ। ਸਾਡੇ ਨਾਲ ਮੇਅਰ ਬਲਵੰਤ ਰਾਏ ਨਾਥ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ ਨਾਥ ਜੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ। ਧਰਮਚੰਦਰ ਜੀ ਆਪ ਜੀ ਨੂੰ ਔਰ ਸਾਰੇ ਸਰੋਤਿਆਂ ਨੂੰ। ਮੇਅਰ ਸਾਹਿਬ, ਆਪਾਂ ਗੱਲ ਸ਼ੁਰੂ ਕਰੀਏ। ਬਠਿੰਡਾ ਨੇ ਇੱਕ ਵਾਰ ਫਿਰ ਜਿਹੜੀ ਆ ਬਾਜੀ ਮਾਰੀ ਹੈ ਸਵੱਛ ਭਾਰਤ ਮੁਹਿੰਮ ਦੇ ਵਿੱਚ, ਲਗਾਤਾਰ ਮਾਰ ਕੇ ਮਾਰੇ। ਹਾਲਾਂਕਿ ਮਾਲਵਾ ਦੇ ਬਿਲਕੁਲ ਬਾਟਮ ਦੇ ਵਿੱਚ ਸਥਿਤ ਹੈ ਬਠਿੰਡਾ, ਤੇ ਇਸ ਦੇ ਬਾਵਜੂਦ ਪੂਰੇ ਪੰਜਾਬ ਨੂੰ ਹਰ ਵਾਰ ਪਛਾੜ ਦਿੰਦਾ ਹੈ। ਇਸ ਲਈ ਵਧਾਈ ਦੇ ਪਾਤਰ ਹੋ ਤੁਸੀਂ ਵੀ ਹੋ, ਔਰ ਪੂਰੀ ਨਗਰ ਨਿਗਮ ਵੀ, ਔਰ ਉਸ ਦਾ ਸਟਾਫ ਵੀ ਤੇ ਕਰਮਚਾਰੀ ਵੀ। ਪਰ ਇਸ 'ਤੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ? ਕਿਉਂਕਿ ਤੁਸੀਂ ਇਸ ਵੇਲੇ ਮੇਅਰ ਨਹੀਂ ਹੋ। ਜਦੋਂ ਹੁਣ ਨਗਰ ਨਿਗਮ ਦੀ ਤਾਜ਼ਾ ਰੈਂਕਿੰਗ ਜਾਰੀ ਹੋਈ ਹੈ, ਇਸ ਵੇਲੇ ਤੁਸੀਂ ਬਠਿੰਡਾ ਨਗਰ ਨਿਗਮ ਦੇ ਮੇਅਰ ਨਹੀਂ ਹੋ, ਪਿਛਲੇ ਸਾਲਾਂ 'ਚ ਤੁਸੀਂ ਰਹੇ ਹੋ। ਤੇ ਇਸ 'ਤੇ ਤਾਜ਼ਾ ਪ੍ਰਤੀਕਰਮ ਤੁਹਾਡਾ ਕੀ ਹੈ? ਕੀ ਕਹਿਣਾ ਤੁਹਾਡਾ ਕਿ ਇੱਕ ਵਾਰੀ ਫਿਰ ਬਠਿੰਡਾ ਪਹਿਲੇ ਨੰਬਰ 'ਤੇ ਆਇਆ? ਹਾਂ ਧਰਮਚੰਦਰ ਜੀ, ਸਾਡਾ ਜਿਹੜਾ ਬਠਿੰਡਾ ਸੀ ਸਭ ਤੋਂ ਪਿਛੋਕੜ ਸੀ। ਔਰ ਅਸੀਂ ਜਦੋਂ ਸਾਡੀ ਕਾਰਪੋਰੇਸ਼ਨ ਬਣੀ, ਔਰ ਮੈਂ ਕਹਾਂਗਾ ਕਿ ਬਹੁਤ ਹੀ ਸਤਿਕਾਰਯੋਗ ਬੀਬਾ ਹਰਸਿਮਰਤ ਕੌਰ ਬਾਦਲ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹਨਾਂ ਦਾ ਸਾਨੂੰ ਨਿਰਦੇਸ਼ ਸੀ, ਦਿਸ਼ਾ ਨਿਰਦੇਸ਼ ਸੀ ਕਿ ਬਠਿੰਡੇ ਦੇ ਵਿੱਚ ਕੋਈ ਕਮੀ ਨਹੀਂ ਆਣੀ ਚਾਹੀਦੀ। ਅਸੀਂ ਕੈਂਟੀ ਨਿਊਜ਼ 5 ਸਾਲ ਜਿਹੜਾ ਕੰਮ ਕਰਕੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਬਠਿੰਡੇ ਨੂੰ ਜੋ ਹੈ 5 ਸਟਾਰ ਜੋ ਨੰਬਰ 'ਤੇ ਲੈ ਕੇ ਆਈਏ, 1 ਨੰਬਰ 'ਤੇ ਪੰਜਾਬ 'ਚ ਔਰ ਇੰਡੀਆ ਦੇ ਵਿੱਚ ਵੀ 1 ਨੰਬਰ 'ਤੇ ਲੈ ਕੇ ਆਈਏ, ਜਿਹਦੇ ਵਿੱਚ ਅਸੀਂ ਕੈਂਟੀ ਨਿਊਜ਼ ਜਿਹੜਾ ਕੰਮ ਕੀਤਾ। ਔਰ ਜਿਹੜੀ ਹੁਣ ਰੈਂਕਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਆ ਜਿਹੜੀ ਕੱਲ ਪਰਸੋਂ ਰੈਂਕਿੰਗ ਫਿਰ ਮੈਂ ਅਖਬਾਰਾਂ ਦੇ ਵਿੱਚ ਪੜ੍ਹਿਆ, ਔਰ ਸਾਰਿਆਂ ਨੂੰ ਮੈਂ ਪਹਿਲਾਂ ਤਾਂ ਕਹਾਂਗਾ ਕਿ ਜਿਹੜੀ ਵਧਾਈ ਦੇ ਪਾਤਰ ਨੇ, ਜਿਹੜੇ ਵਿਸ਼ੇਸ਼ ਤੌਰ 'ਤੇ ਜਿਹੜੇ ਕਾਮੇ ਨੇ, ਸਫਾਈ ਕਰਮਚਾਰੀ ਜਿਹੜੇ ਮੇਰੇ ਵੀਰ ਨੇ ਉਹ ਨੇ, ਔਰ ਸਾਰਾ ਨਗਰ ਨਿਗਮ ਦਾ ਸਟਾਫ ਜਿਨ੍ਹਾਂ ਨੇ ਬੜੀ ਅਣਥੱਕ ਮਿਹਨਤ ਕਰਕੇ ਇਸ ਨੂੰ ਜਿਹੜਾ ਤੀਜੀ ਵਾਰੀ ਹੈਟ੍ਰਿਕ ਜਿਹੜੀ ਲੈ ਕੇ ਆਏ ਹੈ। ਔਰ ਮੈਂ ਤੁਹਾਡੇ ਧਿਆਨ 'ਚ ਲਿਆ ਦਿੰਦਾ ਹੈ ਕਿ ਜਿਹੜੀ 2019 ਦਾ ਸਰਵੇ ਜਨਵਰੀ ਦੇ ਵਿੱਚ ਹੋਇਆ ਸੀ, ਔਰ ਮੈਂ ਮਾਰਚ ਦੇ ਵਿੱਚ ਆ ਕੇ ਮੈਂ ਜੋ ਹੈ ਸੀਟ ਮੇਰੀ 9 ਮਾਰਚ ਨੂੰ ਮੇਰਾ ਕਾਰਿਆਕਾਲ ਜੋ ਸਮਾਪਤ ਹੋਇਆ। ਤੇ ਜਿਹੜੀ ਇਹ ਰੈਂਕਿੰਗ ਜਿਹੜੀ ਅੱਜ ਆਈ ਹੈ, ਇਹ ਸਾਡੇ ਕਾਰਿਆਕਾਲ ਦੇ ਟਾਈਮ ਦੇ ਉੱਤੇ ਜਿਹੜਾ ਕਿ ਇਹ ਜਿਹੜੀ ਪਰਮਾਤਮਾ ਨੇ ਕਿਰਪਾ ਕੀਤੀ ਹੈ। ਔਰ ਮੈਂ ਕਹਾਂਗਾ ਕਿ ਜਿਸ ਤਰ੍ਹਾਂ ਅੱਜ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਹੈਗੇ ਨੇ ਜਿਹੜੇ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਜੀ, ਉਹ ਵਧਾਈਆਂ ਦੇ ਰਹੇ ਨੇ। ਔਰ ਮੈਨੂੰ ਥੋੜਾ ਦੇਖ ਕੇ ਥੋੜਾ ਮਹਿਸੂਸ ਜ਼ਰੂਰ ਹੋਇਆ ਕਿ ਜਿਹੜੀ ਵਧਾਈ ਜਿਹੜੀ ਹੈ ਤੁਸੀਂ 2 ਸਾਲ ਪਹਿਲੋਂ ਨਹੀਂ ਦਿੱਤੀ ਤੇ ਹੁਣ ਵਧਾਈ ਦਿੱਤੀ ਹੈ। ਜੇ ਕਿਤੇ ਪਹਿਲੋਂ ਦੇਣ ਦੇ ਸਾਡਾ ਮਨ ਵੀ ਖੁਸ਼ ਹੋ ਜਾਂਦਾ। ਮੈਨੂੰ ਐਂ ਲੱਗ ਰਿਹਾ ਸ਼ਾਇਦ ਹੋ ਸਕਦਾ ਵੀ ਉਦੋਂ ਹਾਊਸ ਜਿਹੜਾ ਸੀ ਅਕਾਲੀ ਦਲ ਦਾ ਹੋਣ ਕਰਕੇ ਤੇ ਤਾਂ ਨਹੀਂ ਦਿੱਤੀ ਹੋਏਗੀ, ਸਿਆਸੀ ਢੰਗ ਦੇ ਲਈ, ਸਿਆਸੀ ਕੋਈ ਉਹਨਾਂ ਦਾ ਇਸ਼ੂ ਹੋਣਾ। ਤੇ ਸੋ ਮਤਲਬ ਉਹਨਾਂ ਨੇ ਇਸ ਕਰਕੇ ਉਦੋਂ 2 ਵਾਰੀ ਜਦੋਂ ਪਹਿਲੋਂ ਆਇਆ ਉਦੋਂ ਉਹਨਾਂ ਨੇ ਨਹੀਂ ਵਧਾਈਆਂ ਦਿੱਤੀਆਂ। ਜਿਹੜੇ ਵਧਾਈਆਂ ਦਿੱਤੀਆਂ, ਚਲੋ
ਮੈਂ ਕਿਹਾ ਲੇਟ ਆਏ ਸਵੇਰ ਆਏ, ਪਰ ਜੇ ਇੰਨੀ ਗੱਲ ਕਹਿ ਛੱਡਦੇ ਉਹ ਕਿ ਜਿਹੜੀ ਇਹ ਰੈਂਕਿੰਗ ਹੈ ਇਹ ਭਾਈ ਪਿਛਲੇ ਜਿਹੜੀ ਹੈ 2019 ਦੀ ਹੈ, ਤੇ ਮੈਂ ਉਸ ਹਾਊਸ ਦਾ ਵੀ ਧੰਨਵਾਦ ਕਰਦਾ ਹਾਂ, ਸਾਰੇ ਅਫਸਰਾਂ ਦਾ, ਮੁਲਾਜ਼ਮਾਂ ਦਾ ਕਰਦਾ ਹਾਂ, ਤੇ ਜਿਹੜਾ ਹਾਊਸ ਹੁਣੀ ਜਿਹੜਾ 31 ਮਾਰਚ ਨੂੰ ਜਿਹੜਾ ਮਤਲਬ ਸਮਾਪਤ ਹੋਇਆ ਉਸ ਟਾਈਮ ਦੀ ਰੈਂਕਿੰਗ ਹੈ, ਤੇ ਸਾਡਾ ਵੀ ਮੜਾ ਇੰਨਾ ਨਾ ਮਨ ਖੁਸ਼ ਹੋ ਜਾਂਦਾ ਵੀ ਠੀਕ ਹੈ ਜਿਹੜੀ ਗੱਲ ਹੈ ਜਿਹੜੀ ਉਹ ਸੱਚ ਗੱਲ ਸਾਹਮਣੇ ਤਾਂ ਆਈ, ਪਰ ਲੇਕਿਨ ਤੁਹਾਡੀਆਂ ਸਿਆਸੀ ਮਜਬੂਰੀਆਂ ਹੋ ਸਕਦੀਆਂ, ਪਰ ਕਹਿਣਾ ਚਾਹੀਦਾ ਸੀ। ਮੇਰੇ ਸਾਹਿਬ ਬਿਨਾਂ ਸ਼ੱਕ ਤੁਸੀਂ ਆਪਣੇ 5 ਸਾਲ ਦੇ ਕਾਰਜਕਾਲ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ, ਇਹ ਬਠਿੰਡਾ ਵਾਸੀਆਂ ਨੂੰ ਵੀ ਪਤਾ ਹੈ ਤੇ ਸਾਰੇ ਸਿਆਸੀ ਲੋਕਾਂ ਨੂੰ ਵੀ ਪਤਾ ਹੈ, ਪਰ ਇੱਥੇ ਕੀ ਹੈ ਤੁਸੀਂ ਖੁਦ ਮੰਨ ਰਹੇ ਹੋ ਕਿ ਇਹ ਜਿਹੜੀ ਮਿਹਨਤ ਹੈ ਇਹ ਉਹਨਾਂ ਲੋਕਾਂ ਦੀ ਹੈ ਜੋ ਸਫਾਈ ਕਾਮੇ ਨੇ, ਦਿਨ ਰਾਤ ਸਫਾਈ ਕਰਦੇ ਨੇ, ਜੋ ਕਰਮਚਾਰੀ ਨੇ, ਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਉਹ ਤਾਂ ਹੁਣ ਵੀ, ਉਹ ਤਾਂ 3 ਸਾਲ ਪਹਿਲਾਂ ਵੀ ਮੌਜੂਦ ਸੀ, ਅੱਗੇ ਵੀ ਮੌਜੂਦ ਰਹਿਣਗੇ ਕਿਉਂਕਿ ਅਗਲੇ ਸਾਲਾਂ ਦੇ ਵਿੱਚ, ਤੁਹਾਨੂੰ ਕੀ ਲੱਗਦਾ ਬਠਿੰਡਾ ਬਰਕਰਾਰ ਰੱਖ ਪਾਊਗਾ ਆਪਣੀ ਇਹ ਸਰਦਾਰੀ? ਦੇਖੋ ਦੋ ਚੀਜ਼ਾਂ ਨੇ, ਜਿਸ ਤਰ੍ਹਾਂ ਅਸੀਂ ਮਤਲਬ ਪਿਛੋਕੜ ਆ ਗਏ ਐਤਕੀ, ਜਿਹੜਾ ਅਸੀਂ ਮਤਲਬ ਜਿਹੜਾ ਇੰਡੀਆ ਦੇ ਵਿੱਚ ਜਿੰਨੇ ਸ਼ਹਿਰ ਸੀ, ਅਸੀਂ ਪਹਿਲੋਂ ਸੀਗੇ ਉੱਥੇ 31ਵੇਂ ਨੰਬਰ ਤੇ, ਅੱਜ ਅਸੀਂ 79ਵੇਂ ਨੰਬਰ ਤੇ ਆਏ ਹਾਂ। ਅਗਰ ਜੇ ਸਪੋਜ਼ ਕਰ ਲੈਨੇ ਜੋ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਡੀ ਗਵਰਨਮੈਂਟ ਮੌਕੇ, ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਜੋ ਸਰਕਾਰ ਸੀਗੀ, ਸਾਨੂੰ ਉਦੋਂ 222 ਕਰੋੜ ਰੁਪਈਆ ਸਾਨੂੰ ਅਰਬਨ ਮਿਸ਼ਨ ਵੱਲੋਂ ਜੋ ਪਾਸ ਕੀਤਾ ਸੀਗਾ, ਜਿਹਦੇ ਵਿੱਚੋਂ ਸਾਨੂੰ 110 ਕਰੋੜ ਰੁਪਈਆ, 120 ਕਰੋੜ ਰੁਪਈਆ ਮਾਫੀ, ਜਿਹੜਾ ਸਾਨੂੰ ਸੀਵਰੇਜ ਵਾਸਤੇ ਔਰ ਵਾਟਰ ਸਪਲਾਈ ਵਾਸਤੇ ਸਾਨੂੰ ਉੱਥੋਂ ਇਸ਼ੂ ਹੋਇਆ ਸੀ। ਔਰ ਉਸ ਤੋਂ ਬਾਅਦ ਜੋ ਸਰਕਾਰ ਚੇਂਜ ਹੋ ਗਈ, ਉਸ ਤੋਂ ਬਾਅਦ ਸਾਨੂੰ ਫੰਡ ਨਹੀਂ ਆਇਆ, ਜਿਹੜਾ 120 ਕਰੋੜ ਸੀਵਰੇਜ ਤੇ ਲਗਾਉਣਾ ਸੀ ਉਹ ਨਹੀਂ ਆਇਆ, ਨਹੀਂ ਤੇ ਇਹਦੇ ਨਾਲ ਸਾਡਾ ਬਠਿੰਡਾ ਬਹੁਤ ਅਸੀਂ ਅੱਗੇ ਲੈ ਜਾਣਾ ਸੀਗਾ। ਨਹੀਂ ਪਿਛਲੇ 3-4 ਸਾਲਾਂ 'ਚ ਕੁਝ ਤਾਂ ਫੰਡ ਸੂਬਾ ਸਰਕਾਰ ਵੱਲੋਂ ਤੁਹਾਡੇ ਕੋਲ ਆਏ ਹੀ ਹੋਣਗੇ ਨਾ? ਨਹੀਂ, ਜਿੰਨੇ ਕਿ ਸਾਨੂੰ ਫੰਡ ਆਏ ਨੇ, ਸਾਨੂੰ ਸੈਂਟਰ ਦੇ ਫੰਡ ਵੱਧ ਰਹੇ ਨੇ। ਸਾਨੂੰ ਜਿਹੜੇ ਸੈਂਟਰ ਦੇ ਫੰਡ ਸੀ, ਜਿਵੇਂ ਅਸੀਂ ਦੀਵਾਰਾਂ ਲਿਖਣੀਆਂ, ਹੋਰ ਕਰਨੀਆਂ, ਉਹ ਜਿਹੜਾ ਸੀ ਉਹਦੇ ਵਿੱਚ ਸਾਨੂੰ ਜਿਹੜਾ ਜੇ ਕਿਤੇ ਫੰਡ ਦੇ ਦਿੰਦੇ ਤੇ ਅਸੀਂ ਇਹਨੂੰ 5 ਸਟਾਰ ਤੇ ਇਹਨੂੰ ਲੈ ਕੇ ਆਂਦੇ, ਤੇ ਸੋ ਜਿਹੜਾ ਇਸ ਨੂੰ ਜਿਹੜਾ ਢੁਲਕਿਆ ਜਿਹੜਾ ਪਿੱਛੇ ਨੂੰ ਗਿਆ ਹੈਗਾ, ਉਹਦੇ ਵਿੱਚ ਸਾਡੀ ਪੂਰੀ ਜਿਹੜੀ ਹੈ ਜਿਸ ਤਰ੍ਹਾਂ ਕੌਮੀ ਰੈਂਕਿੰਗ ਦੀ ਮੈਂ ਗੱਲ ਕਰ ਰਿਹਾ ਸੀ, ਕੌਮੀ ਰੈਂਕਿੰਗ ਦੇ ਵਿੱਚ ਹਾਲਾਂਕਿ ਜਿਹੜੇ ਜੇ ਤੁਹਾਡੇ ਕਾਰਜਕਾਲ ਦੀ ਆਪਾਂ ਗੱਲ ਕਰ ਲਈਏ, ਕਿਉਂਕਿ ਇਸ ਦਾ ਜਿਹੜਾ ਨਤੀਜਾ ਜਿਹੜਾ ਆਉਣਾ ਸੀ ਉਹ ਫਰਵਰੀ ਮਾਰਚ ਤੱਕ ਆ ਜਾਣਾ ਸੀਗਾ, ਲੋਕਡਾਊਨ ਦੇ ਚੱਲਦਿਆਂ ਜਾਂ ਕਰੋਨਾ ਵਾਇਰਸ ਦੇ ਚੱਲਦਿਆਂ ਇਹ ਲੇਟ ਹੋਇਆ, ਮੰਨ ਲੈਣਾ ਤੁਹਾਡੀ ਗੱਲ, ਪਰ ਜੇ ਤੁਹਾਡੇ ਕਾਰਜਕਾਲ ਦੇ ਵਿੱਚ ਹੀ ਜੇ ਇਹ ਨਤੀਜਾ ਉਸ ਦਾ ਨਤੀਜਾ ਆਪਾਂ ਮੰਨ ਲੈਂਦੇ ਹਾਂ ਕਿ ਆਪਦੀ ਜਿਹੜੀ ਹੈਟ੍ਰਿਕ ਹੈ ਉਹ ਬਣਾਈ ਹੈ ਔਰ ਸਰਦਾਰੀ ਪੰਜਾਬ ਦੇ ਵਿੱਚ ਕਾਇਮ ਰੱਖੀ ਹੈ, ਪਰ ਇਹ ਅੰਨ੍ਹਿਆਂ 'ਚ ਕਾਣੇ ਰਾਜੇ ਵਰਗੀ ਗੱਲ ਹੈ, ਕਿਉਂਕਿ ਦੂਜੇ ਪਾਸੇ ਜਿਹੜੀ ਹੈਗੀ ਹੈ ਵੀ ਕੌਮੀ ਪੱਧਰ ਤੇ ਰੈਂਕਿੰਗ ਬਠਿੰਡਾ ਦੀ 31ਵੇਂ ਤੋਂ ਲੁੜ ਕੇ ਬਠਿੰਡਾ 79ਵੇਂ ਰੈਂਕ ਤੇ ਆ ਗਿਆ। ਇਹਦੇ ਬਾਰੇ ਤੁਹਾਡਾ ਕਹਿਣਾ ਕੀ ਹੈ? ਜਿਹੜਾ 31ਵੇਂ ਤੋਂ 79ਵੇਂ ਤੇ ਆਇਆ, ਮੈਂ ਉਹ ਇਸੇ ਲਿਸਟ ਦੀ ਗੱਲ ਹੈ। ਮੈਂ ਦੱਸਦਾ ਹਾਂ ਵੀ ਇਹ ਪਿੱਛੇ ਜਦੋਂ ਮੈਂ ਸੀਟ ਦੇ ਉੱਤੇ ਸੀਗਾ, ਉਦੋਂ ਇਹਨਾਂ ਨੇ ਇੱਕ ਬੇਭਰੋਸਗੀ ਮਤਾ ਜਿਹੜਾ ਮੇਰੇ ਖਿਲਾਫ ਕਾਂਗਰਸ ਵਾਲੇ ਲੈ ਕੇ ਆਏ ਸੀ, ਔਰ ਜਿਹਦੇ ਕਰਕੇ ਸਾਡੇ 3-4 ਮਹੀਨੇ 5 ਮਹੀਨੇ ਸਾਡੇ 4 ਮਹੀਨੇ ਖਰਾਬ ਹੋਏ ਆ, ਜਿਹਦੇ ਕਰਕੇ ਮਹਿਸੂਸ ਕਰਦਾ ਮੈਂ ਵੀ ਜਦੋਂ ਖਰਾਬ ਹੋਏ ਨੇ ਉਹਦੇ ਵਿੱਚ ਕੋਈ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਆਈ ਹੈ, ਜਿਸ ਕਰਕੇ ਜਿਹੜਾ ਹੈਗਾ ਸਾਨੂੰ ਇਹਨਾਂ ਨੇ ਪ੍ਰੋਪਰ ਸਾਨੂੰ ਜਿਹੜਾ ਹੈਗਾ ਕੋਈ ਫੰਡ ਮੁਹੱਈਆ ਨਹੀਂ ਕਰਾਏ, ਜੋ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਜੋ ਇੱਥੋਂ ਐਮਐਲਏ ਜਿੱਤੇ ਹੋਏ ਨੇ, ਔਰ ਜੇ ਪ੍ਰੋਪਰ ਕਿਤੇ ਮਦਦ ਕਰ ਜਾਂਦੇ ਫੰਡਾਂ ਦੀ, ਤੇ ਜੇ ਕਿਤੇ ਆਹ ਜਿਹੜਾ ਬੇਭਰੋਸਗੀ ਮਤਾ ਨਾ ਆਉਂਦਾ, ਤੇ ਅੱਜ ਅਸੀਂ ਜਿਹੜਾ ਬਠਿੰਡਾ ਸਾਡਾ ਜਿਹੜਾ ਸੀਗਾ, ਇਹ ਸਾਡਾ ਬਠਿੰਡਾ 5 ਸਟਾਰ ਜਿਹੜਾ ਨੰਬਰ ਜਿਹੜਾ 5 ਅਸੀਂ ਨੰਬਰ ਜਿਹੜੇ ਅਪਲਾਈ ਕੀਤੇ ਸੀਗੇ, ਅੱਜ ਅਸੀਂ ਉੱਥੇ ਹੁੰਦੇ, ਅੱਜ ਅਸੀਂ ਢੁਲਕਦੇ ਨਹੀਂ ਸੀ ਪਿੱਛੇ, ਅਸੀਂ ਅੱਜ 1 ਨੰਬਰ ਤੇ ਇੰਡੀਆ 'ਚ ਵੀ ਹੁੰਦੇ, ਜਿਵੇਂ ਅਸੀਂ ਪੰਜਾਬ 'ਚ 1 ਨੰਬਰ ਤੇ, ਅਸੀਂ ਇੰਡੀਆ 'ਚ ਵੀ 1 ਨੰਬਰ ਤੇ ਹੋਣਾ ਸੀ। ਉਹਦੇ ਵਿੱਚ ਸਭ ਤੋਂ ਵੱਡੀ ਕਮੀ ਕਿ ਸਾਡੀ ਇਹਨਾਂ ਨੇ ਪ੍ਰੋਪਰ ਹੈਲਪ ਨਹੀਂ ਕੀਤੀ, ਮਦਦ ਨਹੀਂ ਕੀਤੀ ਫੰਡਾਂ ਨਾਲ, ਔਰ ਉਸ ਦੇ ਨਾਲ ਜਿਹੜਾ ਇਹ ਬੇਭਰੋਸਗੀ ਮਤੇ ਦੇ ਕਾਰਨ 2-2.5-3 ਮਹੀਨੇ ਖਰਾਬ ਹੋਏ, ਉਸ ਕਰਕੇ ਬਠਿੰਡੇ ਦਾ ਨੁਕਸਾਨ ਹੋਇਆ, ਜਿਹਦਾ ਬਹੁਤ ਵੱਡਾ ਦੁੱਖ ਰਹੂਗਾ ਮੈਨੂੰ। ਅੱਜ ਵੀ ਉਹਦੀ ਚੀਜ਼ ਹੈ ਵੀ ਜੇ ਕਿਤੇ ਨਾ ਟਾਈਮ ਖਰਾਬ ਕਰਦੇ ਤੇ ਅੱਜ ਬਠਿੰਡਾ 5 ਸਟਾਰ ਤੇ ਪਹੁੰਚਦਾ, ਅੱਜ ਬਠਿੰਡਾ ਜਿਹੜਾ ਹੈਗਾ ਅੱਜ ਇੰਡੀਆ ਦੇ ਵਿੱਚ ਵੀ ਪਹਿਲੇ ਨੰਬਰ ਤੇ। ਮੇਰੇ ਸਾਹਿਬ ਤੁਸੀਂ ਮਤਲਬ ਇਹ ਤੁਹਾਡਾ ਕਹਿਣ ਦਾ ਮਤਲਬ ਸਿਆਸੀ ਪੱਖਪਾਤ ਦੇ ਦੋਸ਼ ਤੁਸੀਂ ਲਗਾ ਰਹੇ ਹੋ ਸਰਕਾਰ ਦੇ ਉੱਤੇ। ਬਿਲਕੁਲ ਠੀਕ ਹੈ, ਇਸ ਦੇ ਬਾਵਜੂਦ ਚਲੋ ਮੰਨ ਲੈਂਦੇ ਹਾਂ ਕਿ ਇਸ ਦੇ ਬਾਵਜੂਦ ਤੁਸੀਂ ਜਿਹੜੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਰਹੇ, ਇਹ ਸ਼ਾਬਾਸ਼ੀ ਹੈ, ਪਰ ਇਹ ਵੀ ਕਹਿ ਲਈਏ ਕਿ ਦੂਜੇ ਪਾਸੇ ਜਿਹੜੇ ਹੁਣ ਵੀ ਸਮੱਸਿਆਵਾਂ ਨੇ ਉਹਨਾਂ 'ਤੇ ਵੀ ਗੱਲ ਕਰਾਂਗੇ, ਜਿਹੜੀਆਂ ਪਿਛਲੇ ਸਮੇਂ ਤੋਂ ਬਰਕਰਾਰ ਨੇ, ਹੁਣ ਵੀ ਅੱਗੇ ਜਿਹੜੀਆਂ ਇਸੇ ਤਰ੍ਹਾਂ ਚੱਲ ਰਹੀਆਂ ਨੇ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡਾ ਰਿਐਕਸ਼ਨ ਜਾਣਨਾ ਚਾਹਾਂਗੇ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹ ਨਵੰਬਰ ਤੱਕ ਦੀ ਰਿਪੋਰਟ ਹੈ ਤੇ ਉਸ ਤੋਂ ਬਾਅਦ ਕਾਫੀ ਸਮਾਂ ਜਿਹੜਾ ਉਹ ਨਿਕਲ ਗਿਆ ਹੈ, ਤੁਹਾਨੂੰ ਕੀ ਲੱਗਦਾ ਹੈ ਬਠਿੰਡਾ ਅਗਲੀ ਰੈਂਕਿੰਗ ਦੇ ਵਿੱਚ, ਜੋ ਅਗਲੀ ਜਿਹੜੀ ਰੈਂਕਿੰਗ ਜਾਰੀ ਹੋਊਗੀ ਅਗਲੇ ਸਾਲ ਦੀ, ਉਸ ਬਾਰੇ ਦੇ ਵਿੱਚ ਕਿੰਨਾ ਕੁ ਸક્ષਮ ਹੈ? ਤੁਸੀਂ ਕਾਫੀ ਕੁਛ ਅੰਦਰੋਂ ਦੇਖ ਰਹੇ ਹੋ,
ਹਾਂਜੀ ਕੀ ਕਾਰਗੁਜ਼ਾਰੀ ਰਹੂਗੀ ਅਗਲੇ ਸਾਲ 'ਚ? ਸਰ ਛੋਟੀ ਹੈਟ੍ਰਿਕ ਵਿੱਚ ਅਗਲਾ ਆਪਦੀ ਸਰਦਾਰੀ ਇਹ ਬਚਾ ਲੂਗਾ ਬਠਿੰਡਾ? ਇਸ ਤਰ੍ਹਾਂ ਹੈ ਧਰਮਚੰਦਰ ਜੀ, ਉਹ ਮੈਂ ਕਿਹਾ ਪਹਿਲਾਂ ਵੀ ਦੱਸ ਗਿਆ ਮੈਂ ਹੂੰ ਕਿ ਜਿਹੜਾ 2019 ਦਾ ਸਰਵੇ ਸੀ ਉਹ ਜਨਵਰੀ 'ਚ ਹੋਇਆ ਸੀ ਹੂੰ ਔਰ ਮੈਂ ਮਾਰਚ ਦੇ ਵਿੱਚ ਮੇਰਾ ਕਾਰਿਆਕਾਲ ਜਿਹੜਾ ਸਮਾਪਤ ਹੋਇਆ। ਕਰੋਨਾ ਕਰਕੇ ਲੇਟ ਹੋਏ ਆ, ਕਰੋਨਾ ਕਰਕੇ ਜਿਹੜੀ ਰਿਪੋਰਟ ਹੈ ਜਿਹੜੀ ਉਹ ਲੇਟ ਆਈ ਹੈ, ਹੋਰ ਕੋਈ ਫਰਕ ਨਹੀਂ। ਇਹਨੇ ਮਾਰਚ 'ਚ ਆ ਜਾਣਾ ਸੀ, ਅਪ੍ਰੈਲ 'ਚ ਇਹਨੇ ਆ ਜਾਣਾ ਸੀਗਾ। ਸੋ ਜਿਹੜੀ ਅਗਲੀ ਰੈਂਕਿੰਗ ਜਿਹੜੀ ਆਏਗੀ ਉਹਦੇ ਵਿੱਚ ਜਿਹੜਾ ਪਿਛਲਾ ਜਿਹੜਾ ਸਾਡਾ ਕੰਮ ਕੀਤਾ ਹੋਇਆ ਲਗਾਤਾਰ ਕੈਂਟੀਨ ਨੂੰ 10 ਸਾਲ, ਬਠਿੰਡੇ ਨੂੰ 10 ਸਾਲ ਜਿਹੜਾ ਹੈਗਾ, ਮੈਂ ਸ਼ੁਕਰਾਨਾ ਕਰਾਂਗਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ, ਮੈਂ ਸ਼ੁਕਰਾਨਾ ਕਰਾਂਗਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਤੇ ਮੈਂ ਸ਼ੁਕਰਾਨਾ ਕਰਾਂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਕਦੇ ਬੇਪਰਵਾਹ ਹੋ ਕੇ ਬਠਿੰਡੇ ਨੂੰ ਫੰਡ ਦਿੱਤਾ, ਜਿਨ੍ਹਾਂ ਨੇ ਕਦੀ ਪੁੱਛਿਆ ਨਹੀਂ, ਕਦੀ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਫੰਡ ਦੀ। ਕਹਿੰਦੇ ਕਿ ਬਠਿੰਡਾ ਜਿਹੜਾ ਇੰਡੀਆ ਦੇ ਵਿੱਚ 1 ਨੰਬਰ ਤੇ ਹੋਣਾ ਚਾਹੀਦਾ। ਮੈਂ ਉਹਨਾਂ ਦਾ ਸ਼ੁਕਰਾਨਾ ਕਰਾਂਗਾ, ਉਹਨਾਂ ਦੀ ਦੇਣ ਕਰਕੇ ਬਠਿੰਡਾ ਜਿਹੜਾ ਹੈਗਾ, ਅਗਰ ਇਹਨੂੰ ਸੰਭਾਲ ਕੇ ਰੱਖਣਗੇ, ਬਠਿੰਡਾ ਇਸੇ ਤਰ੍ਹਾਂ ਤਰੱਕੀ ਕਰਦਾ ਰਹੇਗਾ। ਤੇ ਜੇ ਅਗਰ ਉਹਦੇ ਵਿੱਚ ਕਤਾਈ ਕੀਤੀ ਗਈ, ਉਹ ਪਿੱਛੇ ਜਾਏਗਾ। ਦੇਖੋ ਹੁਣ ਤੱਕ ਤਾਂ ਕਾਂਗਰਸ ਕੋਲ ਜਾਂ ਕਹਿ ਲਈਏ ਸਰਕਾਰ ਕੋਲ ਜਾਂ ਵਿੱਤ ਮੰਤਰੀ ਕੋਲ ਆਪਾਂ ਕਹਿ ਸਕਦੇ ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਬਹਾਨਾ ਸੀ ਕਿ ਠੀਕ ਆ ਅਕਾਲੀ ਦਲ ਦੀ ਨਗਰ ਨਿਗਮ ਹੈ, ਉਸ ਤੋਂ ਬਾਅਦ ਹੁਣ ਤਾਂ ਕਾਂਗਰਸ ਦੀ ਜਿਹੜਾ ਕੁਦਰਤੀ ਹੈ ਵੀ ਸਰਕਾਰ ਨਾਲ ਸਿੱਧੇ ਟੱਚ 'ਚ ਹੈ ਨਗਰ ਨਿਗਮ। ਤੇ ਹੁਣ ਜਿਹੜੇ ਫੰਡ ਨੇ ਉਹ ਦੇਣੇ ਵੀ ਆਸਾਨ ਨੇ, ਖਰਚਣੇ ਵੀ ਆਸਾਨ ਨੇ। ਇੰਪਰੂਵਮੈਂਟ ਟਰਸਟ ਹੋਇਆ, BDA ਹੋਇਆ, ਸਭ ਕੁਝ ਹੁਣ ਤਾਂ ਸਾਰੀਆਂ ਅਹੁਦਿਆਂ ਦੇ ਉੱਤੇ ਕਾਂਗਰਸ ਦੇ ਆਪਦੇ ਅਹੁਦੇਦਾਰ ਮਤਲਬ ਤਾਇਨਾਤ ਨੇ। ਤੁਹਾਨੂੰ ਕੀ ਲੱਗਦਾ ਕੋਈ ਤੇਜ਼ੀ ਆਊ ਅਗਲੇ ਸਾਲ 'ਚ? ਧਰਮਚੰਦਰ ਜੀ, ਮੈਂ ਬੜੀ ਸਪਸ਼ਟ ਜੀ ਗੱਲ, ਕਿਉਂਕਿ ਵਾਅਦੇ ਜਿਹੜੇ ਹੋਏ ਸੀ ਉਹ ਇਸ ਤਰ੍ਹਾਂ ਹੀ ਹੋਏ ਸੀ ਨਾ ਸਰਕਾਰ ਦੇ। ਆਪ ਜੀ ਨੂੰ ਬੜੀ ਮੈਂ ਸਪਸ਼ਟ ਜੀ ਗੱਲ ਦੱਸ ਰਿਹਾ ਹਾਂ ਕਿ ਇਸ ਨੂੰ ਬਠਿੰਡੇ ਨੂੰ ਖੂਬਸੂਰਤ ਬਣਾਉਣ ਵਾਸਤੇ ਅਸੀਂ ਇੱਕ ਹਵਾਈ ਜਹਾਜ਼ ਜਿਹੜਾ ਸੀ ਉਹ ਅਸੀਂ 2017-16 ਦੇ ਵਿੱਚ ਅਸੀਂ ਪਾਸ ਕਰਾਇਆ ਸੀ, ਔਰ ਇੱਕ ਇਹਦਾ ਜਿਹੜਾ ਸੀ ਇੰਜਨ ਰੇਲ ਗੱਡੀ ਦਾ ਉਹ ਵੀ ਇਹਦੇ ਵਾਸਤੇ ਜਿਹੜਾ ਮਨਜ਼ੂਰ ਹੋਇਆ, ਜਿਹੜਾ ਅੰਬਾਲੇ ਖੜਾ ਹੈ। ਮੈਂ ਉਹਦਾ ਨੰਬਰ ਵੀ ਦੱਸ ਸਕਦਾ, ਉਹਦਾ ਇੰਜਨ ਦਾ ਨੰਬਰ ਕਿੰਨਾ ਹੈ। ਔਰ ਇੱਕ ਇਹਦੇ ਵਾਸਤੇ ਟੈਂਕ ਜਿਹੜਾ ਹੈ, ਪੈਟਰਨ ਟੈਂਕ ਜਿਹੜਾ ਅਪਲਾਈ ਕੀਤਾ ਸੀ। ਮੈਂ ਗੱਲ ਪੁੱਛਦਾ ਹੈ ਵੀ ਇਹਨਾਂ ਨੂੰ ਅੱਜ ਮੈਨੂੰ ਕਹਿੰਦੇ ਸੀਗੇ ਵੀ ਇਹ ਮੇਅਰ ਸਾਹਿਬ ਕੰਮ ਨਹੀਂ ਕਰਦਾ, ਸਾਨੂੰ ਕੰਮ ਨਹੀਂ ਕਰਨ ਦਿੰਦਾ। ਮੈਂ ਇਹਨਾਂ ਨੂੰ ਪੁੱਛਦਾ ਇਹ ਗੱਲ ਕਿ ਬਠਿੰਡੇ ਦੀ ਖੂਬਸੂਰਤੀ ਵਧਾਉਣ ਵਾਸਤੇ ਕੀ ਤੁਸੀਂ ਉੱਥੇ ਇੰਜਨ ਲੈ ਕੇ ਲਾਤਾ ਬਠਿੰਡੇ ਦੇ ਵਿੱਚ? ਤੁਸੀਂ ਇਹਨਾਂ ਨੂੰ ਸਵਾਲ ਕਰੋ। ਔਰ ਮੈਂ ਪਰ ਜਨਾਬ ਉੱਥੇ ਨੀਂਹ ਪੱਥਰ ਤਾਂ ਲੱਗਿਆ ਹੋਇਆ ਆਪਣਾ ਸਰਕਾਰ, ਪੰਜਾਬ ਸਰਕਾਰ ਦਾ, ਇੱਥੇ ਹਵਾਈ ਜਹਾਜ਼ ਫਿੱਟ ਕੀਤਾ ਗਿਆ। ਮੈਂ ਦੱਸ ਰਿਹਾ ਜਿਹੜਾ ਹਵਾਈ ਜਹਾਜ਼ ਸੀਗਾ, ਇਹਨਾਂ ਨੇ ਉੱਥੋਂ ਫਾਈਲ ਲਿਜਾ ਕੇ ਦੂਜੇ ਪਾਸੋਂ ਕੰਮ ਕਰਾਇਆ। ਇਹਨਾਂ ਨੂੰ ਐ ਸੀ ਵੀ ਕਿਤੇ ਕਾਰਪੋਰੇਸ਼ਨ ਜਿਹੜਾ ਹੈਗਾ ਉਹਦਾ ਨਾਂ ਨਾ ਆ ਜਾਏ ਕਿਤੇ, ਔਰ ਕਿਤੇ ਹਾਊਸ ਦਾ ਨਾਮ ਔਰ ਬਲਵੰਤ ਰਾਏ ਨਾਥ ਦਾ ਕਿਤੇ ਨਾਂ ਪੱਥਰ। ਉਹਦੀ ਚਿੱਠੀ ਜਿਹੜੀ ਖਤਮ ਸੀ ਉਹਦੀ ਚਿੱਠੀ ਮੇਰੇ ਕੋਲ ਹੈ, ਔਰ ਮੈਂ ਗੱਲ ਕਹਾਂਗਾ ਤੇ ਜੇ ਅਗਰ ਉੱਥੇ ਮੇਰਾ ਨਾਂ ਲਿਖਿਆ ਜਾਂਦਾ ਕਿੱਡਾ ਵੱਡਾ ਘਾਟਾ ਪੈ ਗਿਆ ਸੀ। ਮੈਂ ਕੈਂਟੀ ਨਿਊਜ਼ ਉਸ ਤੇ ਕੀਤੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ ਨਾਲ, ਔਰ ਮੈਂ ਕੈਂਟੀ ਨਿਊਜ਼ ਸਰਦਾਰ ਉਹਨਾਂ ਦੇ ਪੱਤਰ ਵੀ ਕੋਈ ਸਾਹਮਣੇ ਆਏ ਸੀ, ਉਹਨਾਂ ਵੱਲੋਂ ਲਿਖੇ ਹੋਏ ਚਿੱਠੀਆਂ ਜਿਹੜੀਆਂ, ਔਰ ਮੇਰੇ ਕੋਲ ਸਾਰੇ ਚਿੱਠੀਆਂ ਪੱਤਰ 22 ਨੇਮ ਹੈ। ਜਿਹੜਾ ਜਹਾਜ਼ ਜਿਹੜਾ ਬਠਿੰਡੇ 'ਚ ਆਇਆ, ਤੇ ਮੈਂ ਕਹਾਂਗਾ ਕਿ ਕਿੱਡਾ ਵੱਡਾ ਮੱਲ ਮਾਰ ਲਿਆ। ਉੱਥੋਂ ਫਾਈਲ ਚੱਕ ਕੇ ਦੂਜੇ ਪਾਸੇ ਲਵਾਤੀ, ਦੂਜੇ ਪਾਸੇ ਲਵਾ ਕੇ ਉੱਥੇ ਮੇਰਾ ਨਾਂ ਕੱਟਦਾ, ਆਪਣਾ ਨਾਂ ਲਿਖ ਲਿਆ। ਇਹ ਗੱਲਾਂ ਛੋਟੀਆਂ ਨੇ। ਇਹ ਜਹਾਜ਼ ਦਾ ਜਿਹੜਾ ਉਹ ਪਾਸ ਹੋਣ ਤੋਂ ਬਾਅਦ ਹੋਇਆ, ਇਹ ਪਾਸ ਹੋਣ ਤੋਂ ਬਾਅਦ ਹੋਇਆ। ਇਹ ਛੋਟੀਆਂ ਗੱਲਾਂ ਨੇ ਇਹ, ਪਰ ਲੇਕਿਨ ਚੀਜ਼ ਮੇਰੇ ਜ਼ਰੂਰ ਰਹੂਗੀ, ਕਿਉਂਕਿ ਮੇਰਾ ਮਨ ਸੀ, ਮੇਰੀ ਆਤਮਾ ਸੀ ਕਿ ਮੈਂ ਇੱਕ ਇੱਥੇ ਬਠਿੰਡੇ ਮਤਲਬ ਜਿਹੜਾ ਇਸ ਨੂੰ ਜਿਵੇਂ ਆਪਾਂ ਟੂਰਿਜ਼ਮ ਬਣਾਉਂਦੇ ਆ, ਟੂਰਿਜ਼ਮ ਬਣਾਉਣ ਵਾਸਤੇ ਇਹਨੂੰ ਮੈਂ ਹੋਰ ਬੜੀਆਂ ਅਨੇਕ ਚੀਜ਼ਾਂ ਜਿਹੜੀਆਂ ਇਹਦੇ ਵਾਸਤੇ ਐਪਲੀਕੇਸ਼ਨਾਂ ਲਾਈ ਗਿਆ। ਕੈਂਟੀ ਨਿਊਜ਼ ਸੈਂਟਰ ਦੇ ਵਿੱਚ ਸੰਪਰਕ ਰੱਖੀ ਗਿਆ। ਬੀਬਾ ਹਰਸਿਮਰਤ ਕੌਰ ਬਾਦਲ ਜੀ ਨਾਲ ਮੈਂ ਆਪਾਂ ਗੱਲ ਕਰੀਏ ਇਸ ਮੁੱਦੇ ਨੂੰ ਲਪੇਟੀਏ ਕਿ ਇਸ ਮੁੱਦੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜਾ ਅਗਲਾ ਸਾਲ ਹੈ, ਤੁਹਾਨੂੰ ਲੱਗਦਾ ਹੈ, ਕੁਝ ਸ਼ਬਦਾਂ ਦੇ ਵਿੱਚ ਦੱਸੋ ਵੀ ਤੁਹਾਨੂੰ ਲੱਗਦਾ ਹੈ ਵੀ ਬਠਿੰਡਾ ਜਿਹੜਾ ਹੁਣ ਤਰੱਕੀ ਕਰੂ, ਕੁਝ ਨਵੇਂ ਕੰਮ ਹੋਣਗੇ, ਉਮੀਦ ਹੈਗੀ? ਮੈਂ ਗੱਲ ਕਹੀ ਜਾਣਾ, ਉਹ ਇਹਨਾਂ ਨੇ ਜਹਾਜ਼ ਲਿਆ ਕੇ ਲਾਤਾ, ਉਹਦਾ ਮੇਰੇ ਟਾਈਮ ਤੇ ਲਿਆ ਕੇ ਲਾਤਾ, ਔਰ ਉਹ ਪਾਸ ਹੋਇਆ ਵੈਸੀ। ਮੈਂ ਕਹੀ ਇੰਜਨ ਹੈ, ਜਿਹੜਾ ਇੰਜਨ ਪਾਸ ਹੋਇਆ ਕੀ ਉਹ ਆ ਗਿਆ, ਕਿ ਟੈਂਕ ਜਿਹੜਾ ਪਾਸ ਹੋਇਆ ਕਿ ਇਹਨਾਂ ਨੇ ਜਿਹੜਾ ਹੈਗਾ ਉਹ ਲਿਆਂਦਾ, ਉਸ ਤੇ ਕੋਈ ਇਹਨਾਂ ਨੇ ਕੋਈ ਕੰਮ ਕਰਿਆ, ਵਰਕਿੰਗ ਕੀਤੀ ਨਹੀਂ ਕੀਤੀ। ਲੇਕਿਨ ਬਠਿੰਡੇ ਦੀ ਰੇਖ ਦੇਖ ਦੱਖ ਕਰਨ, ਸੁੰਦਰ ਬਣਾਉਣ ਵਾਸਤੇ, ਬਠਿੰਡੇ ਨੂੰ ਖੂਬਸੂਰਤ ਬਣਾਉਣ ਵਾਸਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਸਿਰਫ ਪੋਲੀਟੀਸ਼ੀਅਨ ਵਾਸਤੇ, ਸਿਰਫ ਬਿਆਨਬਾਜ਼ੀ ਕਰਕੇ ਜਿਹੜਾ ਹੈਗਾ ਬਠਿੰਡਾ ਖੂਬਸੂਰਤ ਨਹੀਂ ਬਣਨ ਵਾਲਾ। ਔਰ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਡੀ ਗਵਰਨਮੈਂਟ ਫੇਰ ਆਏਗੀ ਔਰ ਬਠਿੰਡਾ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਹੋਵੇਗਾ, ਪਹਿਲੇ ਨੰਬਰ ਤੇ ਬਠਿੰਡਾ ਹੋਵੇਗਾ। ਠੀਕ ਹੈ, ਇਹ ਚੁਣੌਤੀ ਹੈ ਕਿ ਹਲੇ ਇੱਥੇ ਜੋ ਜਿਹੜਾ 에ਅਰਕ੍ਰਾਫਟ ਦਾ ਮਾਡਲ ਲੱਗ ਚੁੱਕਿਆ ਹੈ, ਮੇਅਰ ਸਾਹਿਬ ਨੇ ਜਿਹੜੀ ਚੁਣੌਤੀ ਦਿੱਤੀ ਹੈ ਕਿ ਦੇਖਦੇ ਹਾਂ ਕਿ ਉਹ ਲੈ ਕੇ ਆਉਣਗੇ। ਰੇਲ ਇੰਜਨ ਇੱਥੇ ਸਥਾਪਿਤ ਹੋਊਗਾ ਜੋ ਪਾਸ ਹੋ ਚੁੱਕਿਆ ਹੈ, ਕੀ ਪੈਂਟਨ ਟੈਂਕ ਇੱਥੇ ਸਥਾਪਿਤ ਹੋਊਗਾ ਜੋ ਪਾਸ ਹੋ ਚੁੱਕਿਆ ਹੈ। ਇਹ ਚੀਜ਼ਾਂ ਜਿਹੜੀਆਂ ਚੁਣੌਤੀ ਦੇ ਰੂਪ ਵਿੱਚ ਛੱਡੀਆਂ ਨੇ। ਪਰ ਅਗਲੀ ਖਬਰ ਦਾ ਰੁਖ ਕਰਦੇ ਹਾਂ।
ਅਗਲੀ ਖਬਰ ਬਠਿੰਡਾ ਦੇ ਨਾਲ ਜੁੜੀ ਹੋਈ ਖਾਸ ਇਹ ਹੈ, ਲੋਕਾਂ ਦੀ ਸਮੱਸਿਆ ਹੈ ਪਾਣੀ। ਬਰਸਾਤੀ ਪਾਣੀ ਖਾਸ ਕਰਕੇ ਸੀਵਰੇਜ ਵਿਵਸਥਾ ਬੁਰੀ ਤਰ੍ਹਾਂ ਲੜਖੜਾ ਚੁੱਕੀ ਹੈ ਔਰ ਬਰਸਾਤੀ ਪਾਣੀ ਹਰ ਵਾਰ ਤੁਸੀਂ ਦੇਖਦੇ ਹੋ ਤਸਵੀਰਾਂ, ਜਿਹੜਾ ਬਠਿੰਡਾ ਉਹ ਝੀਲ ਨੰਬਰ 4, 3 ਝੀਲਾਂ ਜਿਹੜੀਆਂ ਬਠਿੰਡਾ ਦੀਆਂ ਮਸ਼ਹੂਰ ਨੇ, ਝੀਲ ਨੰਬਰ 1, ਝੀਲ ਨੰਬਰ 2, ਝੀਲ ਨੰਬਰ 3 ਥਰਮਲ ਦੀਆਂ। ਚੌਥੀ ਝੀਲ ਬਠਿੰਡਾ ਖੁਦ ਬਣ ਜਾਂਦਾ ਹੈ ਬਰਸਾਤਾਂ ਦੀ ਰੁੱਤ ਦੇ ਵਿੱਚ। ਇਸ ਵਾਰ ਵੀ ਬਾਰ-ਬਾਰ ਇਹੀ ਕੁਝ ਹੋ ਰਿਹਾ ਬਰਸਾਤਾਂ ਦੇ ਵਿੱਚ, ਤੇ ਇਸ ਦੇ ਉੱਤੇ ਪਹਿਲਾਂ ਤੁਹਾਨੂੰ ਇੱਕ ਰਿਪੋਰਟ ਤੇ ਨਜ਼ਰ ਮਰਵਾ ਦਿੰਦੇ ਹਾਂ, ਉਸ ਤੋਂ ਬਾਅਦ ਇਸ ਤੇ ਵੀ ਸਾਬਕਾ ਮੇਅਰ ਬਲਵੰਤ ਰਾਏ ਨਾਥ ਜੀ ਨਾਲ ਗੱਲ ਕਰਾਂਗੇ। ਬਠਿੰਡਾ ਵਿੱਚ ਵੀਰਵਾਰ ਨੂੰ 29.8 mm ਬਾਰਿਸ਼ ਨੇ ਹੀ ਲੋਕਾਂ ਨੂੰ ਇੱਕ ਵਾਰ ਫਿਰ ਬੇਹਾਲ ਕਰਕੇ ਰੱਖ ਦਿੱਤਾ ਹੈ। ਹਾਲਾਂਕਿ ਬੀਤੇ ਦਿਨਾਂ ਤੋਂ ਲਗਾਤਾਰ ਵੱਧ ਰਹੀ ਹੁਮਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ, ਜਿਸ ਤੋਂ ਲੋਕਾਂ ਨੂੰ ਇਸ ਬਾਰਿਸ਼ ਦੇ ਨਾਲ ਰਾਹਤ ਮਿਲੀ। ਪਰ ਇਸੇ ਬਾਰਿਸ਼ ਦੇ ਪਾਣੀ ਨੇ ਬਠਿੰਡਾ ਵਾਸੀਆਂ ਨੂੰ ਇੱਕ ਵਾਰ ਫਿਰ ਹਾਲੋਂ ਬੇਹਾਲ ਕੀਤਾ ਹੈ। ਸਾਡੇ ਕੈਮਰਾਮੈਨ ਸੁਖਮੰਦਰ ਸਿੰਘ ਅਤੇ ਪ੍ਰਦੀਪ ਰਾਜੂ ਦੇ ਕੈਮਰਿਆਂ ਦੀ ਅੱਖ 'ਚੋਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਸ਼ਹਿਰ ਦੀਆਂ ਉਹ ਤਸਵੀਰਾਂ ਜੋ ਅੱਜ ਇੱਥੋਂ ਦੇ ਵੱਖ-ਵੱਖ ਇਲਾਕਿਆਂ ਵਿੱਚ ਵੇਖਣ ਨੂੰ ਮਿਲੀਆਂ। ਇਹ ਤਸਵੀਰਾਂ ਕਿਲ੍ਹਾ ਮੁਬਾਰਕ ਦੇ ਆਸ-ਪਾਸ ਦੀਆਂ ਹਨ। ਅਮੂਮਨ ਇਸ ਇਲਾਕੇ ਵਿੱਚ ਪਾਣੀ ਨਹੀਂ ਖੜਦਾ, ਪਰ ਅੱਜ ਇੱਥੇ ਜਨਤਾ ਹਾਲੋਂ ਬੇਹਾਲ ਨਜ਼ਰ ਆਈ ਤੇ ਇਹ ਕਿਲ੍ਹੇ ਦੇ ਨੇੜੇ ਹੀ ਸਥਿਤ ਸਿਰਕੀ ਬਾਜ਼ਾਰ ਦੀਆਂ ਤਸਵੀਰਾਂ ਨੇ। ਸ਼ਾਇਦ ਇਹ ਤਸਵੀਰਾਂ ਵੇਖ ਕੇ ਤੁਹਾਨੂੰ ਕੋਈ ਹੈਰਾਨੀ ਨਾ ਹੋਵੇ, ਕਿਉਂਕਿ ਇਹਨਾਂ ਲੋਕਾਂ ਦੀ ਤਾਂ ਬਾਰਿਸ਼ ਦਾ ਇਹ ਪਾਣੀ ਕਿਸਮਤ ਹੀ ਬਣ ਚੁੱਕਾ ਹੈ। ਸਰਕਾਰ ਵਿੱਚ ਬੈਠੇ ਲੋਕਾਂ ਲਈ ਪਾਣੀ ਨਾਲ ਬਣੀ ਇਹ ਮੁਸੀਬਤ ਸਿਰਫ ਅਗਲੀ ਵਾਰ ਫਿਰ ਵੋਟਾਂ ਮੰਗਣ ਦਾ ਆਧਾਰ ਹੀ ਬਣੇਗੀ। ਇੱਕ ਦੂਜੇ ਤੇ ਆਰੋਪ ਪ੍ਰਤੀਰੋਪ ਲੱਗਣਗੇ, ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹੇਗਾ। ਤੇ ਹੁਣ ਸਿਰਕੀ ਬਾਜ਼ਾਰ ਦੇ ਲੋਕਾਂ ਦਾ ਦਰਦ ਸੁਣਾ ਦਿੰਦੇ ਆ। ਇਹ ਦੇਖੋ, ਥੋੜਾ ਜਿਹਾ ਮੀਂਹ ਪੈਣ ਕਾਰਨ ਹੀ ਸਾਡੇ ਦੁਕਾਨਾਂ ਦੇ ਅੱਗੇ ਕਿੰਨਾ ਪਾਣੀ ਖੜਾ ਹੋ ਗਿਆ ਹੈਗਾ। ਇਹ ਰੋਜ਼ ਦਾ ਹੀ ਕੰਮ ਹੈ। ਇਹ ਲਗਭਗ 20 ਸਾਲਾਂ ਤੋਂ ਅਸੀਂ ਇਸ ਸਮੱਸਿਆ ਦੇ ਹੱਲ ਵਾਸਤੇ ਹਰੇਕ ਸਰਕਾਰਾਂ ਨੂੰ ਤੇ ਕਮੇਟੀ 'ਚ ਬਹੁਤ ਵਾਰੀ ਅਸੀਂ ਜਾ ਕੇ ਬੇਨਤੀਆਂ ਕਰ ਚੁੱਕੀਆਂ, ਪਰ ਸਾਡਾ ਇਹਨਾਂ ਨੇ ਕੋਈ ਵੀ ਹੱਲ ਨਹੀਂ ਕੀਤਾ। ਅਸੀਂ ਗਵਰਨਮੈਂਟ ਨੂੰ ਫੇਰ ਬੇਨਤੀ ਕਰਦੇ ਹਾਂ ਕਿ ਸਾਡੇ ਰੁਜ਼ਗਾਰ ਕਰਨੀ ਦੇਖਦੇ ਹੋਏ ਇਹ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਤੇ ਇਹ ਹੁਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਦੇਖ ਲਓ, ਸੀਵਰੇਜ ਵਿਭਾਗ ਦੇ ਗੰਦੇ ਪਾਣੀ ਦੇ ਚੱਲਦੇ ਫੁਹਾਰੇ। ਇਹ ਸੂਬਾ ਸਰਕਾਰ ਦਾ ਵਿਕਾਸ ਹੈ ਜੋ ਸੀਵਰੇਜ ਦੇ ਇਹਨਾਂ ਫੁਹਾਰਿਆਂ ਚੋਂ ਨਿਕਲ ਰਿਹਾ ਹੈ, ਉਹ ਵੀ ਜ਼ਿਲ੍ਹੇ ਦੇ ਚੋਟੀ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਨੱਕ ਹੇਠ। ਸਕਰੀਨ ਤੇ ਸ਼ਾਇਦ ਤੁਹਾਨੂੰ ਇਹ ਫੁਹਾਰੇ ਚੱਲਦੇ ਬੜੇ ਮਨਮੋਹਕ ਲੱਗਦੇ ਹੋਣ, ਪਰ ਜਨਾਬ ਇਹਨਾਂ ਚੋਂ ਉੱਡਦੀ ਗੰਦੀ ਬਦਬੂ ਕਈ ਸੌ ਮੀਟਰ ਤੱਕ ਜਾ ਰਹੀ ਹੈ ਤੇ ਇੱਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੈ। ਤੇ ਆਹ ਆਲਮ ਬਸਤੀ ਦਾ ਆਲਮ ਵੇਖ ਲਓ, ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਾ ਹੈ। ਗਲੀਆਂ ਵਿੱਚ ਖੜਾ ਬਾਰਿਸ਼ ਦਾ ਇਹ ਪਾਣੀ ਮੁਸੀਬਤ ਬਣ ਚੁੱਕਾ ਹੈ। ਤੇ ਆਲਮ ਬਸਤੀ ਦਾ ਆਲਮ ਇਹ ਹੈ ਕਿ ਲੋਕ ਬੇਹੱਦ ਦੁਖੀ ਨੇ ਤੇ ਨਗਰ ਨਿਗਮ ਤੋਂ ਆਉਣ ਵਾਲੀ ਉਸ ਮਦਦ ਵੱਲ ਦੇਖ ਰਹੇ ਨੇ ਜੋ ਇੱਥੋਂ ਪਾਣੀ ਕੱਢੇਗੀ। ਇਹ ਹਾਲ ਸਿਰਫ ਆਲਮ ਬਸਤੀ ਦਾ ਨਹੀਂ ਹੈ, ਅਜਿਹਾ ਹਾਲ ਬਠਿੰਡਾ ਦੀਆਂ ਕਈ ਹੋਰ ਬਸਤੀਆਂ ਦੇ ਵਿੱਚ ਵੀ ਅੱਜ ਹੋਇਆ। ਕਈ ਅੰਡਰਬ੍ਰਿਜ ਫਿਰ ਪਾਣੀ ਨਾਲ ਭਰ ਗਏ, ਜਿੱਥੋਂ ਪਾਣੀ ਕੱਢਣ ਤੇ ਅਜੇ ਟਾਈਮ ਲੱਗੇਗਾ। ਤੇ ਹੁਣ ਬਠਿੰਡਾ ਦੀ ਇੱਕ ਹੋਰ ਬਾਰਿਸ਼ ਵਿੱਚ ਸਭ ਤੋਂ ਮਸ਼ਹੂਰ ਜਗ੍ਹਾ ਵਿਖਾ ਦਿੰਦੇ ਆ। ਇਹ ਤਸਵੀਰਾਂ ਵੇਖ ਕੇ ਕੁਝ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ। ਜੀ ਹਾਂ, ਉਹੀ ਕਿਸ਼ਤੀਆਂ ਵਾਲਾ ਇਲਾਕਾ, ਯਾਨੀ ਪਰਸਰਾਮ ਨਗਰ। ਕਾਸ਼ ਕਦੀ ਵਾਅਦਾ ਕਰਕੇ ਵੋਟਾਂ ਲੈਣ ਵਾਲੇ ਨੇਤਾ ਜੀ ਨੂੰ ਵੀ ਇਸ ਪਾਣੀ ਨੂੰ ਪਾਰ ਕਰਕੇ ਆਪਦੇ ਘਰ ਜਾਣਾ ਪਵੇ, ਤਾਂ ਸ਼ਾਇਦ ਇਹਨਾਂ ਲੋਕਾਂ ਦਾ ਦਰਦ ਸਮਝ ਆ ਸਕੇ। ਤੇ ਆਖਿਰ ਇੱਕ ਵਾਰ ਫਿਰ ਸਾਹਮਣੇ ਆਏ ਸਮਾਜ ਸੇਵੀ ਵਿਜੇ MC, ਜੋ ਪਰਚਾ ਦਰਜ ਹੋਣ ਤੋਂ ਬਾਅਦ ਵੀ ਫਿਰ ਇੱਕ ਵਾਰ ਅੱਗੇ ਆਏ ਨੇ ਲੋਕਾਂ ਦੀ ਇਸ ਮੁਸ਼ਕਲ ਨੂੰ ਲੈ ਕੇ। ਤੇ ਹੁਣ ਸ਼ਹਿਰ ਦੀ ਇਸ ਹਾਲਤ ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕੀ ਕਹਿਣਾ ਹੈ, ਸੁਣਾ ਦਿੰਦੇ ਹਾਂ। ਕਮਿਸ਼ਨਰ ਨਗਰ ਨਿਗਮ ਦਾ ਕਹਿਣਾ ਹੈ ਕਿ ਸੀਵਰੇਜ ਪੁਰਾਣਾ ਹੈ, ਇਸ ਕਰਕੇ ਸਮੱਸਿਆ ਹੈ। ਸੋ ਕਮਿਸ਼ਨਰ ਨਗਰ ਨਿਗਮ ਦਾ ਕਹਿਣਾ ਹੈ ਕਿ ਸੀਵਰੇਜ ਪੁਰਾਣਾ ਹੈ, ਜਿਸ ਵਿੱਚ ਸੁਧਾਰ ਦੀ ਤੁਰੰਤ ਲੋੜ ਹੈ। ਪਰ ਜਨਾਬ ਇਹ ਤਾਂ ਕਈ ਸਾਲਾਂ ਤੋਂ ਸਰਕਾਰ ਨੂੰ ਵੀ ਪਤਾ ਹੈ, ਪਰ ਇਸ ਦੇ ਬਾਵਜੂਦ ਸੁਧਾਰ ਕਿਉਂ ਨਹੀਂ ਹੋ ਰਿਹਾ, ਲੋਕ ਤਾਂ ਇਸ ਦਾ ਜਵਾਬ ਮੰਗਦੇ ਨੇ। ਸੋ ਇਹ ਰਿਪੋਰਟ ਵੇਖ ਕੇ ਤੁਸੀਂ ਸਮਝ ਗਏ ਹੋਵੋਗੇ, ਇਹ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਜ਼ਿਆਦਾ ਕੁਝ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਹੈ। ਬਠਿੰਡਾ ਦੇ ਵਿੱਚ ਇਹ ਆਲਮ ਜਿਹੜਾ ਉਹ ਹਰ ਵਾਰ ਬਰਸਾਤਾਂ ਦੇ ਵਿੱਚ ਹੁੰਦਾ ਹੈ। ਸਰਕਾਰਾਂ ਜਿਹੜੀਆਂ ਨੇ ਵਾਅਦੇ ਕਰਦੀਆਂ ਨੇ, ਭੁੱਲ ਜਾਂਦੀਆਂ ਨੇ, ਫਿਰ ਉਹੀ ਕੁਛ ਪਰਸਰਾਮ ਨਗਰ ਦੇ ਵਿੱਚ ਉਹੀ ਕੁਛ ਹੁੰਦਾ ਹੈ, ਉਹੀ ਕੁਛ ਸਿਰਕੀ ਬਾਜ਼ਾਰ, ਉਹੀ ਕੁਛ ਜਿਹੜਾ ਉਹ ਪਾਵਰ ਹਾਊਸ ਰੋਡ। ਤੇ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਬਦਲਦੀਆਂ ਕਿਉਂ ਨਹੀਂ? ਬਠਿੰਡਾ ਵਾਸੀਆਂ ਦਾ ਸਭ ਤੋਂ ਵੱਡਾ ਸਵਾਲ ਇਹੀ ਹੈ। ਬੜੀ ਦੇਰ ਤੋਂ ਇਹ ਸਵਾਲ ਖੜਾ ਹੁੰਦਾ ਹੈ। ਪਿਛਲੀ ਵਿਧਾਨ ਸਭਾ ਚੋਣ ਦੇ ਵਿੱਚ ਇਹ ਵੱਡਾ ਮੁੱਦਾ ਸੀ। ਕਿਹਾ ਗਿਆ ਸੀ ਕਿ ਬਰਸਾਤੀ ਪਾਣੀ ਦੇ ਨਿਕਾਸ ਵਾਸਤੇ ਹੁਣ ਵੇਟ ਨਹੀਂ ਕਰਨੀ ਪਊਗੀ, ਸਿਰਫ 1 ਸਾਲ ਦੇ ਵਿੱਚ ਜਿਹੜਾ ਬਰਸਾਤ ਦੇ ਪਾਣੀ ਦੀ ਇਹ ਨਿਕਾਸੀ ਹੋ ਜਾਊਗੀ ਕਿ ਲੋਕ ਦੇਖਦੇ ਰਹਿ ਜਾਣਗੇ। ਪਰ ਹੋਇਆ ਕੀ ਹੈ? ਅੱਜ ਤੱਕ ਕੁਝ ਨਹੀਂ ਹੋਇਆ। ਨਗਰ ਨਿਗਮ ਅਕਾਲੀ ਦਲ ਦੇ ਕੋਲ ਸੀ ਜਾਂ ਬਲਵੰਤ ਰਾਏ ਨਾਥ ਮੇਅਰ ਸੀਗੇ ਤੇ ਸਰਕਾਰ ਕਾਂਗਰਸ ਦੀ ਸੀ। ਇਸ ਦਰਮਿਆਨ ਹੋਇਆ ਕੀ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਲਿਆ ਕਿ ਲੋਕਾਂ ਦਾ ਜਿਹੜਾ ਲੋਕਾਂ ਦੀ ਸਮੱਸਿਆ ਹੈ ਉੱਥੇ ਦੀ ਉੱਥੇ ਹੈ, ਪ੍ਰਣਾਲਾ ਉੱਥੇ ਦਾ ਉੱਥੇ ਹੈ। ਗੱਲ ਕਰ ਲੈਂਦੇ ਹਾਂ। ਨਾਥ ਜੀ, ਤੁਸੀਂ ਮੇਅਰ ਰਹੇ ਹੋ 3 ਸਾਲ,
ਜੀ ਤੇ ਹਾਂਜੀ 5 ਸਰਕਾਰ ਹਾਂ 3 ਸਾਲ ਤਾਂ ਜਾਨੀ ਜਿਹੜੇ ਗਵਰਨਮੈਂਟ ਹਾਂ ਤਾਜ਼ਾ ਆਪਾਂ ਇਹਨਾਂ ਹਾਲਾਤਾਂ ਦੀ ਗੱਲ ਕਰ ਲਈਏ, ਤੁਸੀਂ ਮੇਅਰ ਸੀ, ਸਰਕਾਰ ਕਾਂਗਰਸ ਦੀ ਸੀ, ਕੀ ਕਿਤੇ ਇਹ ਡਿੱਕਾ ਕਿੱਥੇ ਆਇਆ? ਵੱਡੇ ਵੱਡੇ ਵਾਅਦੇ ਤਾਂ ਹੋਏ ਸੀ ਸਰਕਾਰ ਵੱਲੋਂ ਦਾ, ਕਿਹਾ ਗਿਆ ਸੀ ਕਿ 2017 ਦੇ ਵਿੱਚ ਕਿ ਇੱਕ ਵਾਰੀ ਸਰਕਾਰ ਬਣਾਓ, ਤੁਸੀਂ ਦੇਖਿਓ ਬਠਿੰਡਾ ਦਾ ਪਾਣੀ ਕਿਵੇਂ ਬਾਹਰ ਡਿੱਗਦਾ ਹੈ। ਦੇਖੋ ਜਦੋਂ ਤੇ ਤੁਸੀਂ ਤਾਂ ਇਸ ਸਿਸਟਮ ਦੇ ਵਿੱਚ ਰਹੇ ਹੋ, ਕੀ ਚੀਜ਼ਾਂ ਹੋਈਆਂ ਨੇ ਕੀ ਨਹੀਂ ਹੋਈਆਂ? ਧਰਮਚੰਦਰ ਜੀ ਇਸ ਜਿਹੜਾ ਤੁਸੀਂ ਪੁਆਇੰਟ ਬਹੁਤ ਵਧੀਆ ਗੱਲ ਕੀਤੀ ਹੈ, ਜਿਹੜਾ ਲੋਕਾਂ ਨਾਲ ਬਹੁਤ ਮਤਲਬ ਜੁੜਿਆ ਹੋਇਆ, ਲੋਕ ਬੜੇ ਦੁਖੀ ਨੇ ਇਸ ਗੱਲੋਂ। ਮੈਂ ਕਹਾਂਗਾ ਕਿ ਬਠਿੰਡੇ ਦੇ ਅੰਦਰ ਜਿਹੜਾ ਪਾਣੀ, ਜਿਹੜਾ ਬਾਰਿਸ਼ ਦਾ ਪਾਣੀ ਜਾਂ ਸੀਵਰੇਜ ਦਾ ਪਾਣੀ, ਇਹ ਇੱਕ ਕੌਲੀ ਵਰਗਾ ਹੈਗਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦਾ ਸਾਰਾ ਪਾਣੀ ਡਿਸਚਾਰਜ ਜਿਹੜਾ ਮੋਟਰਾਂ ਰਾਹੀਂ ਆਪਾਂ ਨੂੰ ਬਾਹਰ ਕਰਨਾ ਪੈਂਦਾ ਹੈ। ਔਰ ਅਸੀਂ ਜਿਹੜਾ ਬਠਿੰਡੇ 'ਚ ਪਾਣੀ ਖੜਦਾ ਸੀ ਲਗਾਤਾਰ ਹਫਤਾ 10-10 ਦਿਨ, ਜਦੋਂ ਸਾਡੀ ਗਵਰਨਮੈਂਟ ਰਹੀ ਹੈ, ਅਸੀਂ ਆਪਣੀ ਗਵਰਨਮੈਂਟ ਮੌਕੇ, ਮੇਰੇ ਕਾਰਿਆਕਾਲ ਮੌਕੇ ਵੀ ਅਸੀਂ 3 ਘੰਟੇ 'ਚ 2.5 ਘੰਟੇ 'ਚ ਬਠਿੰਡਾ ਜਿਹੜਾ ਵਿਹਲਾ ਕਰ ਦਿੰਦੇ ਸੀ ਸਾਰਾ, ਭਾਵੇਂ ਕਿੰਨੀ ਬਾਰਿਸ਼ ਪੈ ਜਾਂਦੀ, ਅਸੀਂ 3-3.5 ਘੰਟਿਆਂ 'ਚ ਬਠਿੰਡੇ ਨੂੰ ਖਾਲੀ ਕਰ ਦਿੰਦੇ ਸੀਗੇ। ਔਰ ਇੱਕ ਗੱਲ ਇਹਨਾਂ ਨੂੰ ਪੁੱਛਣ ਵਾਲੀ ਹੈ, ਅਸੀਂ ਤਾਂ ਗੱਲ ਕਹਿੰਦੇ ਆ ਕਿ ਇਹਦੇ ਵਾਸਤੇ ਸਾਨੂੰ ਵੱਡਾ ਸੀਵਰ ਪਾਉਣਾ ਪਵੇਗਾ, ਸਾਨੂੰ ਜਿਹੜਾ ਬਹੁਤ ਵੱਡਾ ਜਿਹੜਾ ਹੈ ਸਲੱਜ ਕੈਰੀਅਰ ਜਿਹੜਾ ਨਾਲ ਸਾਨੂੰ ਸਾਰਾ ਸਿਸਟਮ ਠੀਕ ਕਰਨਾ ਪਵੇਗਾ। ਪਰ ਲੇਕਿਨ ਜਦੋਂ ਇੱਥੇ ਪੰਜਾਬ ਸਰਕਾਰ ਜਿਹੜੀ ਕਾਂਗਰਸ ਦੀ ਗਵਰਨਮੈਂਟ ਹੈ, ਜਦੋਂ ਇੱਥੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਇਲੈਕਸ਼ਨ ਲੜਿਆ ਇੱਥੋਂ, ਮਨਪ੍ਰੀਤ ਬਾਦਲ, ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਬਾਇਆ ਗ੍ਰੈਵਿਟੀ ਪਾਣੀ ਜਿਹੜਾ ਹੈ ਬਠਿੰਡੇ ਦਾ ਬਾਹਰ ਕੱਢ ਦੇਵਾਂਗਾ। ਤੇ ਜਿਹੜਾ ਇਹ ਮੁੱਦਾ ਹੈ ਉਹਨਾਂ ਨੂੰ ਪੁੱਛਣ ਵਾਲਾ ਸੀ ਵੀ ਤੁਸੀਂ ਇੱਕ ਗੱਲ ਦੱਸੋ ਕਿ ਤੁਹਾਡੇ 4 ਸਾਲ ਨਿਕਲ ਚੁੱਕੇ ਨੇ, ਜਿਹੜਾ ਤੁਸੀਂ ਕਹਿੰਦੇ ਬਾਇਆ ਗ੍ਰੈਵਿਟੀ ਪਾਣੀ ਕੱਢਾਂਗੇ ਅਸੀਂ, ਉਹ ਕੱਢਿਆ ਹੁਣ ਤੱਕ? ਔਰ ਜਿਹੜਾ ਇਹਨਾਂ ਨੇ ਜਿਹੜਾ ਬਠਿੰਡੇ ਨੂੰ ਲਾਸ ਕੀਤਾ ਹੈ, ਉਹ ਤੁਹਾਨੂੰ ਮੈਂ ਹੁਣ ਦੱਸ ਦਿੰਦਾ ਕਿ ਜਿਹੜਾ ਸਾਨੂੰ ਜਿਹੜਾ ਅਰਬਨ ਮਿਸ਼ਨ ਵੱਲੋਂ ਸਾਨੂੰ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਵਾਸਤੇ ਸਾਨੂੰ 120 ਕਰੋੜ ਰੁਪਈਆ ਸਾਨੂੰ ਜਿਹੜਾ ਗ੍ਰਾਂਟ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਸਾਨੂੰ ਮਿਲੀ ਸੀ। ਔਰ ਜਦੋਂ ਸਰਕਾਰ ਆ ਗਈ 2017 ਦੇ ਵਿੱਚ, ਔਰ ਉਹ ਸਾਰੀ ਗ੍ਰਾਂਟ ਜਿਹੜੀ ਸੀ 5-7-10 ਕਰੋੜ ਸਾਨੂੰ ਉਦੋਂ ਮਿਲਿਆ ਹੋਇਆ ਸੀ, ਔਰ ਸਾਰੀ ਗ੍ਰਾਂਟ ਰੋਕੀ ਗਈ, ਜਿਹਦੇ ਕਰਕੇ ਸਾਰੇ ਪ੍ਰੋਜੈਕਟਾਂ ਤੇ ਅਸਰ ਪਿਆ ਔਰ ਜਿਹੜਾ ਵਾਟਰ ਸਪਲਾਈ ਦੇ ਕੰਮਾਂ ਤੇ ਅਸਰ ਪਿਆ। ਔਰ ਮੈਂ ਇੱਕ ਗੱਲ ਬਿਲਕੁਲ ਕਹਾਂਗਾ, ਅੱਜ ਜੇ ਪਾਵਰ ਹਾਊਸ ਰੋਡ ਤੇ ਜਿਹੜੀ ਆਪਾਂ ਲਾਈਨ ਪਾ ਰਹੇ, ਵੱਡੀਆਂ ਲਾਈਨਾਂ ਪਾ ਰਹੇ ਹਾਂ, ਜਿਹੜਾ ਜਦੋਂ ਇਹਨਾਂ ਨੇ ਫੰਡ ਨਹੀਂ ਦਿੱਤੇ, ਬਾਰ-ਬਾਰ ਮੰਗਣ ਦੇ ਬਾਵਜੂਦ ਫੰਡ ਜਦੋਂ ਨਹੀਂ ਦਿੱਤੇ ਇਹਨਾਂ ਨੇ, ਫਿਰ ਸੈਂਟਰ ਤੋਂ ਅੰਮ੍ਰਿਤ ਸਕੀਮ ਤੋਂ ਪੈਸੇ ਮੰਗੇ ਸੀ। ਅੱਜ ਜਿਹੜਾ ਬਠਿੰਡੇ 'ਚ ਜਿਹੜਾ ਪੈਸਾ ਲੱਗ ਰਿਹਾ 48 ਕਰੋੜ ਕੁਛ ਲੱਖ ਰੁਪਈਆ, 48.5 ਕਰੋੜ ਰੁਪਈਆ ਅੰਮ੍ਰਿਤ ਸਕੀਮ ਦੇ ਵਿੱਚੋਂ ਲੱਗ ਰਿਹਾ, ਜਿਹੜਾ ਸੈਂਟਰ ਦੇ ਵਿੱਚੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਮੈਂ ਕਿਹਾ, ਲੈਟਰ ਲਿਖਿਆ ਕਿ ਸਾਨੂੰ ਇਹ ਫੰਡ ਨਹੀਂ ਦੇ ਰਹੀ ਪੰਜਾਬ ਸਰਕਾਰ, ਸਾਨੂੰ ਜਿਹੜਾ ਮਨਪ੍ਰੀਤ ਬਾਦਲ ਜੋ ਖਜ਼ਾਨਾ ਮੰਤਰੀ ਨੇ, ਉਹ ਸਾਨੂੰ ਜਿਹੜੇ ਖਜ਼ਾਨਾ ਮੰਤਰੀ ਸਾਹਿਬ ਪੈਸੇ ਨਹੀਂ ਦੇ ਰਹੇ, ਤੇ ਸਾਨੂੰ ਸੈਂਟਰ ਵੱਲੋਂ ਫੰਡ ਦਿਓ ਤਾਂ ਜੋ ਅਸੀਂ ਬਾਰਿਸ਼ ਦਾ ਪਾਣੀ ਜਿਹੜਾ ਬਠਿੰਡੇ ਦਾ ਜਲਦੀ ਬਾਹਰ ਕੱਢ ਸਕੀਏ। ਅਸੀਂ 48 ਕਰੋੜ ਰੁਪਈਆ ਸਾਨੂੰ ਅੰਮ੍ਰਿਤ ਸਕੀਮ ਦਾ ਸਾਨੂੰ ਫਿਰ ਮਿਲਿਆ, ਜਿਹੜੀਆਂ ਵੱਡੀਆਂ ਲਾਈਨਾਂ ਪਾ ਕੇ ਜਿਹੜਾ ਪਾਵਰ ਹਾਊਸ ਰੋਡ ਹੋਵੇ, ਭਾਵੇਂ ਦੂਜਾ ਏਰੀਆ, ਜਿੰਨੇ ਏਰੀਏ ਨੀਵੇਂ ਨੇ, ਇਹ ਸਾਰੇ ਏਰੀਆ ਦਾ ਅਸੀਂ ਬਾਰਿਸ਼ ਦਾ ਪਾਣੀ ਜਿਹੜਾ ਕੰਟਰੋਲ ਕਰ ਰਹੇ ਹਾਂ, ਉਹ ਅੰਮ੍ਰਿਤ ਸਕੀਮ ਸੈਂਟਰ ਦੇ ਪੈਸੇ ਨੇ। ਔਰ ਇੱਕ ਹੋਰ ਜਿਹੜਾ ਸਾਡਾ ਵਾਟਰ ਸਪਲਾਈ ਦਾ ਪੈਸਾ ਸੀਗਾ, ਉਹ ਸਾਨੂੰ 17 ਕਰੋੜ ਅੰਮ੍ਰਿਤ ਸਕੀਮ 'ਚੋਂ ਉਹ ਅੱਡ ਮਿਲਿਆ। ਇਹ ਦੋਨੇ ਅਮਾਉਂਟ ਜੋੜ ਲਵੋ, ਜੇ ਕਿਤੇ ਸਾਨੂੰ ਕਿਤੇ ਸਾਡਾ ਫੰਡ ਨਾ ਰੋਕਦੇ ਤੇ ਅਸੀਂ ਜਿਹੜਾ ਹੈਗਾ 18 ਤੱਕ ਅਸੀਂ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦੇਣੀ ਸੀ, ਫੰਡ ਰੋਕਣ ਕਰਕੇ। ਔਰ ਸਿਰਫ ਸਾਡੇ ਨਾਲ ਇੱਕ ਮਤਰੇਈ ਮਾਂ ਵਾਲਾ ਇਹਨਾਂ ਨੇ ਰੋਲ ਅਦਾ ਕੀਤਾ। ਸਾਨੂੰ ਮਤਲਬ ਇੱਕ ਜਿਵੇਂ ਆਪਾਂ ਕਹਿ ਦਿੰਨੇ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਜਿਹੜਾ ਮੇਅਰ ਬੈਠਿਆ, ਇਸ ਕਰਕੇ ਫੰਡ ਨਹੀਂ ਦਿੱਤੇ ਗਏ, ਇਸ ਗੱਲ ਦਾ ਮੈਨੂੰ ਦੁੱਖ ਰਹੇਗਾ। ਮੈਂ ਨਹੀਂ ਕਦੀ ਫਰਕ ਸਮਝਿਆ। ਨਹੀਂ, ਸਿਰਫ ਆਪਾਂ ਇਹ ਕਹਿ ਕੇ ਨਹੀਂ ਬਚ ਸਕਦੇ ਮੇਅਰ ਸਾਹਿਬ, ਪਰ ਇਹ ਵੀ ਦੱਸੋ ਵੀ ਜਦੋਂ ਤੁਹਾਡੇ 43 ਕਹਿ ਲਈਏ ਕਰੋੜ ਰੁਪਏ ਨਾਲ ਜਿਹੜਾ ਇਸ ਜਿਹੜੀ ਮੇਨ ਲਾਈਨ ਪਾਈ ਰਹੀ ਹੈ, ਠੀਕ ਹੈ, ਪਰ ਇਹ ਸ਼ੁਰੂ ਤਾਂ ਤੁਹਾਡੇ ਕਾਰਜਕਾਲ ਤੋਂ ਬਾਅਦ ਹੋਇਆ ਕੰਮ? ਨਹੀਂ, ਉਹ ਇਸ ਤਰ੍ਹਾਂ ਹੋਇਆ, ਇਹਦੇ ਲੈਟਰ ਕੱਢ ਲਓ ਕਿੰਨੀ ਤਰੀਕ ਨੂੰ ਆਏ ਨੇ। ਇਹ ਸਾਰਾ ਟੈਂਡਰ ਕਰਕੇ, ਟੈਂਡਰ 3 ਵਾਰੀ ਟੈਂਡਰ ਕੀਤੇ ਨੇ, ਇਹਦੇ ਟੈਂਡਰ ਕਰਕੇ ਸਾਰਾ ਕਰਕੇ ਫਿਰ ਗਿਆ, ਲੋਕਡਾਊਨ ਲੱਗ ਗਿਆ, ਲੋਕਡਾਊਨ ਕਰਕੇ ਫਿਰ ਕੰਮ ਰੁਕਿਆ ਇਹ। ਲੇਕਿਨ ਇਹ ਜਿਹੜਾ ਹੈਗਾ ਆਪਣਾ 10ਵੇਂ ਮਹੀਨੇ 2019 ਮੈਂ ਅੱਜ ਲੈਟਰ ਨਹੀਂ ਲੈ ਕੇ ਆਇਆ ਨਾ, ਮੈਂ ਲੈਟਰ ਤੁਹਾਨੂੰ ਦਿਖਾ ਦਿੰਦਾ ਵੀ ਆ ਲਓ। ਉਦੋਂ ਮੇਰੇ 6 ਮਹੀਨੇ ਰਹਿੰਦੇ ਸੀਗੇ ਕਾਰਜਕਾਲ ਨੂੰ, ਤੇ ਜਿਹੜਾ ਇਹ ਟੈਂਡਰ ਵੀ ਕੀਤੇ, ਜਿਹੜੇ ਪੈਸੇ ਜਿਹੜੇ ਆਏ ਨੇ ਸੈਂਟਰ ਵੱਲੋਂ ਅੰਮ੍ਰਿਤ ਸਕੀਮ ਵੱਲੋਂ, ਔਰ ਜਿਹੜੇ ਵਾਟਰ ਸਪਲਾਈ ਦੇ ਆ 17 ਕਰੋੜ ਰੁਪਈਆ, ਉਹ ਜ਼ਰੂਰ ਉਹ ਪਹਿਲੋਂ ਉਹਦਾ ਪ੍ਰੋਸੈਸ ਚੱਲੀ ਜਾਂਦਾ ਸੀਗਾ। ਜਦੋਂ ਮੈਂ ਸੀਟ ਤੋਂ ਮਤਲਬ ਮੇਰਾ ਟਾਈਮ ਪੂਰਾ ਹੋਇਆ, ਉਹ ਜ਼ਰੂਰ ਟੈਂਡਰ ਉਦੋਂ ਕੰਪਲੀਟ ਹੋਇਆ। ਪਰ ਲੇਕਿਨ ਜਿਹੜਾ ਇਹ ਵਾਟਰ, ਜਿਹੜਾ ਗੰਦੇ ਪਾਣੀ ਵਾਲਾ, ਸੀਵਰ ਦੇ ਪਾਣੀ ਵਾਲਾ ਜਾਂ ਬਾਰਿਸ਼ ਦਾ ਪਾਣੀ ਬਾਹਰ ਕੱਢਣ ਵਾਲਾ ਜਿਹੜਾ ਕੰਮ ਹੈ,
ਜਿਹੜੇ ਲਾਈਨਾਂ ਪੈ ਰਹੀਆਂ ਇਹਦੀਆਂ ਜਿਹੜੀਆਂ ਸਲਜ ਕਹਿ ਰਹੀਆਂ, ਇਹ ਮੇਰੇ ਟਾਈਮ ਤੇ ਟੈਂਡਰ ਹੋਇਆ ਔਰ ਮੇਰੇ ਟਾਈਮ ਤੇ ਜਿਹੜਾ ਸੈਂਟਰ ਤੋਂ ਪੈਸੇ ਆਏ ਨੇ। ਜੇ ਇਹਨਾਂ ਨੇ ਰੁਪਈਆ ਇੱਕ ਵੀ ਦਿੱਤਾ ਹੋਵੇ ਤਾਂ ਉਹਦਾ ਦੱਸ ਸਕਦੇ ਨੇ ਵੀ ਆਹ ਪੈਸੇ ਹੀ ਦਿੱਤੇ ਆ। ਔਰ ਜਿਹੜਾ 20% ਜਿਹੜਾ ਲੱਗਣਾ ਕੀ ਨਾ ਇਹਦਾ ਕਾਰਪੋਰੇਸ਼ਨ ਦਾ, ਉਹ ਜ਼ਰੂਰ ਕਾਰਪੋਰੇਸ਼ਨ 'ਚ ਉਹ ਵੀ ਜਮ੍ਹਾਂ ਪੇਸ਼ੀ ਮੈਂ ਛੱਡ ਕੇ ਆਇਆ। ਅੱਛਾ, ਇੱਕ ਹੋਰ ਸਵਾਲ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ, ਪੰਜਾਬ ਸਰਕਾਰ ਨੇ ਅੜਿੱਕੇ ਡਾਏ ਕਿਉਂਕਿ ਅਕਾਲੀ ਦਲ ਦੀ, ਅਕਾਲੀ ਭਾਜਪਾ ਦੀ ਜਿਹੜੀ ਨਗਰ ਨਿਗਮ ਸੀ, ਤੁਸੀਂ ਕੁਛ ਇਹੋ ਜਿਹੇ ਕੰਮ ਗਿਣਾ ਸਕਦੇ ਹੋ ਜਿਹੜੇ ਤੁਸੀਂ ਕਰਨੇ ਚਾਹੁੰਦੇ ਸੀ ਪਰ ਸਰਕਾਰ ਦੇ ਅੜਿੱਕੇ ਕਰਕੇ ਨਹੀਂ ਹੋਏ? ਦੇਖੋ, ਮੈਂ ਤਾਂ ਇਹ ਸਾਰੇ ਸ਼ਹਿਰ 'ਚ LED ਲਾਈਟ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਲਗਾਉਣੀ ਚਾਹੁੰਦਾ ਸੀ। ਅੱਛਾ। ਔਰ ਇੱਕ ਮੈਂ ਬਹੁਤ ਜਿਹੜਾ ਇਹ LED ਦੇ ਨਾਲ ਨਾਲ ਜਿਹੜੀ ਸਾਡੇ ਜਿਹੜੀ ਲਾਈਟ ਹੈ, ਜਿਹੜਾ ਭਾਵਾਂ ਦੀ ਉਹ ਡਿਸਪੋਜ਼ਲ ਹੋਵੇ, ਭਾਵਾਂ ਦੀ ਵਾਟਰ ਸਪਲਾਈ ਦੇ, ਹੁਣ ਸਾਡੀਆਂ ਮੋਟਰਾਂ ਚੱਲਦੀਆਂ ਨੇ ਵੱਡੀਆਂ, ਪ੍ਰੋਜੈਕਟ ਵੱਡੇ ਹੁੰਦੇ ਨੇ, ਇਹ ਸਾਡਾ ਕੋਈ 24 ਕਰੋੜ ਰੁਪਈਆ ਸਾਲਾਨਾ ਸਾਡਾ ਖਰਚਾ ਹੁੰਦਾ ਹੈ। ਔਰ ਉਹਦੇ ਵਾਸਤੇ ਸੋਲਰ ਜਿਹੜਾ ਪਲਾਂਟ ਹੈ, ਜਿਹੜੇ ਉਹ ਲੱਗਦੇ ਨੇ, ਅਸੀਂ ਉਹ ਕਰਨਾ ਚਾਹੁੰਦੇ ਸੀ। ਮੈਂ ਆਪਣੇ ਟਾਈਮ ਪਾਸ ਵੀ ਕਰਕੇ ਗਿਆ ਸੀਗਾ। ਔਰ ਅਸੀਂ ਆਪਣੇ ਟਾਈਮ ਦੇ ਉੱਤੇ ਜੇ ਫੰਡ ਦੇ ਦਿੰਦੇ, ਅਸੀਂ ਜਿਹੜਾ ਜਿਵੇਂ ਤਾਰਾਂ ਜਿਹੜੀਆਂ ਜਾ ਰਹੀਆਂ, ਸਿਰਕੀ ਬਾਜ਼ਾਰ ਹੈ, ਪਾਵਾਂ ਦੀ ਉਹ ਧੋਬੀ ਬਾਜ਼ਾਰ ਹੈ, ਪਾਵਾਂ ਦੀ ਉਹ ਮਾਲ ਰੋਡ ਹੈ, ਅਸੀਂ ਸਾਰੀਆਂ ਤਾਰਾਂ ਜਿਹੜੀਆਂ ਅੰਡਰਗਰਾਉਂਡ ਕਰਨੀਆਂ ਚਾਹੁੰਦੇ ਸੀਗੇ। ਉਹ ਤਾਂ ਹੁਣ ਵੀ ਪ੍ਰੋਸੈਸ ਸ਼ੁਰੂ ਹੋ ਰਿਹਾ ਮੇਰੇ ਖਿਆਲ 'ਚ। ਹਾਂ, ਉਹ ਸਾਰੀਆਂ ਅੰਡਰਗਰਾਉਂਡ ਕਰਨਾ ਚਾਹੁੰਦੇ ਸੀ। ਸਾਡਾ ਮਤਾ ਪਿਆ ਹੋਇਆ, ਅਸੀਂ ਕਾਰਪੋਰੇਸ਼ਨ 'ਚ ਮਤਾ ਪਾਇਆ ਇਹਦਾ, ਪਰ ਲੇਕਿਨ ਇਹਨਾਂ ਨੇ ਫੰਡ ਨਹੀਂ ਦਿੱਤੇ। ਇਸ ਕਰਕੇ ਸਾਰਾ ਜਿਹੜਾ ਕੰਮ ਕਾਰਨ ਵੀ ਸਿਰਫ ਇਹਨਾਂ ਦਾ ਟਰਮ ਟੱਪ ਗਿਆ। ਇਹਨਾਂ ਕੀ ਵੀ ਇਹ ਜਿਹੜੇ ਨੇ ਇਹ ਅਕਾਲੀ ਦਲ ਦਾ ਮੇਅਰ ਹੈ, ਇਸ ਕਰਕੇ ਉਹਨਾਂ ਨੇ ਫੰਡ ਜਿਹੜੇ ਇਸ਼ੂ ਨਹੀਂ ਕੀਤੇ। ਔਰ ਮੈਂ ਤੁਹਾਡੇ ਧਿਆਨ 'ਚ ਲੱਗਦਾ, ਤੁਹਾਨੂੰ ਸ਼ਾਇਦ ਇਹ ਲੱਗੇਗਾ, ਬੜਾ ਸ਼ੌਂਕ ਹੁੰਦਾ ਬੰਦੇ ਨੂੰ, ਜਦੋਂ ਅਸੀਂ ਬਠਿੰਡਾ ਸ਼ਹਿਰ ਨੂੰ ਬਣਾ ਰਹੇ ਹਾਂ, ਜਦੋਂ ਦੂਜੇ ਸ਼ਹਿਰ ਬਣ ਸਕਦੇ ਆ। ਔਰ ਇਹਦਾ ਬੜਾ ਖੂਬਸੂਰਤ ਢੰਗ ਨਾਲ, ਜਿਸ ਤਰ੍ਹਾਂ ਅਸੀਂ ਗੱਲ ਕਰ ਲਈਏ ਜਿਹੜਾ ਹਨੂਮਾਨ ਚੌਂਕ ਹੈ, ਹਾਂਜੀ, ਉੱਥੇ ਅਸੀਂ ਚਾਹੁੰਦੇ ਸੀਗੇ ਇੱਕ ਓਵਰ ਜਿਹੜਾ ਬ੍ਰਿਜ ਜਿਹੜਾ ਹੁੰਦਾ, ਜਿਹੜਾ ਬੱਚਿਆਂ ਨੂੰ ਸਕੂਲੇ ਟੱਪਣਾ ਜਾਣਾ, ਉਹ ਦੂਜੇ ਪੈਦਲ ਵਾਸਤੇ ਅਸੀਂ ਉਹ ਕਰਨਾ ਚਾਹੁੰਦੇ ਸੀ। ਔਰ ਫੁੱਟਬ੍ਰਿਜ ਜਿਹੜਾ ਓਵਰ ਬ੍ਰਿਜ ਜਿਹੜਾ ਹੁੰਦਾ, ਉਹਦੇ ਨਾਲ ਦਾ ਬ੍ਰਿਜ ਜਿਹੜਾ ਅਸੀਂ ਇੱਕ ਜਿਹੜਾ ਇਹ ਆਪਣੇ ਬੱਸ ਸਟੈਂਡ ਜਿਹੜਾ ਹੈਗਾ ਇਹ ਵਾਲਾ ਇੱਥੇ ਜਿਹੜਾ ਬਣਾਉਣਾ ਚਾਹੁੰਦੇ ਸੀ। ਔਰ ਇੱਕ ਜਿਹੜਾ ਅਸੀਂ ਬਹੁਤ ਜਿਹੜਾ ਕਿਉਂਕਿ ਮੁੱਦੇ ਬਹੁਤ ਨੇ, ਇੰਨੇ ਹੈਗੇ ਕਿ ਮੇਰੇ ਕੋਲ ਫਾਈਲ ਨਹੀਂ ਲੈ ਕੇ ਮੈਂ ਲੈ ਕੇ ਆਂਦਾ। ਇੱਕ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਨੂੰ ਲਾਈਟਾਂ ਬਹੁਤ ਪੈਣੀਆਂ, ਭਾਵੇਂ ਮੈਂ ਗੱਲ ਕਰ ਲਵਾਂ ਆ ਤੁਹਾਡੇ ਚੌਂਕ ਦੀ ਗੱਲ ਕਰ ਲਵਾਂ, ਮੈਂ ਅੱਗੇ ਭਗਵਾਨ ਵਾਲਮੀਕੀ ਚੌਂਕ ਆ ਜਾਂਦਾ, ਉਸ ਤੋਂ ਗਾਂ ਫਿਰ ਕਚਹਿਰੀ ਵਾਲਾ ਚੌਂਕ ਆ ਜਾਂਦਾ, ਫਿਰ ਬੱਸ ਸਟੈਂਡ ਵਾਲਾ ਚੌਂਕ ਆ ਗਿਆ, ਉਸ ਤੋਂ ਗਾਂ ਫਿਰ ਬੱਤੀਆਂ ਆ ਗਈਆਂ, ਬੱਤੀਆਂ ਬਹੁਤ ਆਉਂਦੀਆਂ, ਫੌਜੀ ਚੌਂਕ ਹੈ ਉੱਥੇ ਬੱਤੀਆਂ ਆ ਜਾਂਦੀਆਂ। ਅਸੀਂ ਜਿਹੜਾ ਇੱਕ ਐਲੀਮੈਂਟਰੀ ਜਿਹੜਾ ਰੋਡ ਜਿਹੜਾ ਪੁਲ ਹੁੰਦਾ, ਜਿਹੜਾ ਉਹਨੂੰ ਕੀ ਕਹਿੰਦੇ ਆਪਾਂ, ਅਸੀਂ ਉਹ ਵੀ ਜਿਹੜਾ ਹਾਂ ਜੀ, ਅਸੀਂ ਹਾਊਸ ਦੇ ਵੱਲੋਂ ਉਹ ਵੀ ਅਸੀਂ ਰਿਕਮੈਂਡ ਕੀਤਾ। ਜੇ ਅਗਰ ਇੱਥੇ ਪੰਜਾਬ ਸਰਕਾਰ ਪੂਰੀ ਨਿਗਾਹ ਰੱਖਦੀ ਤੇ ਅੱਜ ਜਿਹੜੀ ਟ੍ਰੈਫਿਕ ਦਾ ਐਡਾ ਬੜਾ ਵਾਧਾ ਆ ਰਿਹਾ ਬਠਿੰਡੇ ਦੇ ਵਿੱਚ, ਅਸੀਂ ਇਹ ਸਿੱਧਾ ਪੁਲ ਜਿਹੜਾ ਜਾ ਕੇ ਜੋੜਨਾ ਚਾਹੁੰਦੇ ਸੀਗੇ, ਰੋਜ਼ ਗਾਰਡਨ ਜਿਹੜਾ ਪੁਲ ਹੈ ਜਿਹੜਾ ਕਨਈਆ ਚੌਂਕ ਤੱਕ, ਉਹਦੇ ਨਾਲ ਜੋੜ ਕੇ ਥੱਲੇ ਟ੍ਰੈਫਿਕ ਜਿਹੜੀ ਹੈ ਸਾਰੀ ਜਾਵੇ। ਇਸ ਤੋਂ ਇਲਾਵਾ ਅਸੀਂ ਚਾਹੁੰਦੇ ਸੀ ਮੇਅਰ ਸਾਹਿਬ ਇਤਫਾਕ ਹੈ ਸਰ, ਇੱਕ ਲੈਨੋ ਪਾਰ ਜਿਹੜਾ ਬਹੁਤ ਵਧੀਆ ਖੂਬਸੂਰਤ ਜਿਹੜਾ ਇੱਕ ਯੋਗਰ ਪਾਰਕ ਦੀ ਤਰਜ਼ ਦੇ ਉੱਤੇ ਜਿਹੜਾ ਅਸੀਂ ਇੱਕ ਬਹੁਤ ਵੱਡਾ ਜਿਹੜਾ ਪਾਰਕ ਬਣਾਉਣਾ ਚਾਹੁੰਦੇ ਸੀ, ਕਿਉਂਕਿ ਲੋਕਾਂ ਨੂੰ ਜਿਹੜਾ ਹੈਗਾ ਲੈਨੋ ਪਾਰਕ ਬਿਲਕੁਲ ਨਹੀਂ ਹੈ ਘੁੰਮਣ ਫਿਰਨ ਵਾਸਤੇ, ਨਾ ਬਜ਼ੁਰਗਾਂ ਵਾਸਤੇ ਹੈ, ਨਾ ਬੱਚਿਆਂ ਵਾਸਤੇ ਹੈ, ਨਾ ਖੇਡਣ ਵਾਸਤੇ ਹੈ, ਤੇ ਉਹ ਵੀ ਸਾਡਾ ਜਿਹੜਾ ਵਿਚਾਲੇ ਰਹਿ ਗਿਆ। ਔਰ ਕੁਝ ਜਿਹੜੇ ਸਾਡੇ ਵਾਟਰ ਬਾਕਸ ਨੇ ਉਹਨਾਂ ਉੱਤੇ ਵੀ ਚਾਹੁੰਦੇ ਸੀ, ਜਿਸ ਤਰ੍ਹਾਂ ਸਾਡਾ ਯੋਗਰ ਪਾਰਕ 'ਚ ਬਣਿਆ ਹੈ, ਅਸੀਂ ਉਹਨਾਂ ਵਾਟਰ ਬਾਕਸਾਂ ਦੇ ਉੱਤੇ ਵੀ ਜਿਹੜਾ ਇਹ ਬਣਾਇਆ ਜਾਵੇ। ਸੋ ਅਨੇਕਾਂ ਹੀ ਕੰਮ ਹੈ ਬਠਿੰਡੇ ਦੇ ਵਿੱਚ ਜੋ ਕਰਨ ਵਾਲੇ ਮੇਅਰ ਸਾਹਿਬ ਇਤਫਾਕ ਹੈ, ਸਾਡੇ ਰਹੇ ਨੇ, ਉਹਦਾ ਸਾਨੂੰ ਅਸੀਂ ਉਹਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਜੇ ਕੰਮ ਰਹਿ ਗਿਆ, ਲੇਕਿਨ ਸਾਡੀ ਜਿਹੜੀ ਆਤਮਾ ਹੈ ਉਹਨਾਂ ਦੇ ਵਿੱਚ ਰਹੇਗੀ, ਉਹ ਕੰਮ ਜ਼ਰੂਰ ਇੱਕ ਦਿਨ ਸਿਰੇ। ਯਾਨੀ ਤੁਹਾਡੀ ਲਿਸਟ ਕਾਫੀ ਲੰਬੀ ਰਹੀ ਹੈ ਕੰਮ ਕਰਨ ਦੀ, ਕਿ ਇਹ ਕੰਮ ਕਰਨੇ ਸੀ, ਸਰਕਾਰ ਤੋਂ ਪੈਸਾ ਨਹੀਂ ਮਿਲਿਆ, ਕਿਉਂਕਿ ਉਸ ਵੇਲੇ ਵਿੱਤ ਮੰਤਰੀ ਵੀ ਕਹਿੰਦੇ ਹੁੰਦੇ ਸੀ ਕਿ ਖਜ਼ਾਨਾ ਖਾਲੀ ਹੈ ਸਰਕਾਰ ਦਾ, ਕਾਫੀ ਸਾਲ ਕਹਿੰਦੇ ਰਹੇ, ਪਰ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਕਹਿ ਰਹੇ ਨੇ ਕਿ ਖਜ਼ਾਨਾ ਖਾਲੀ ਨਹੀਂ ਹੈ, ਖਜ਼ਾਨਾ ਭਰਿਆ ਹੋਇਆ ਹੈ। ਸਰ, ਮੇਰੇ ਹਟਣ ਤੋਂ ਬਾਅਦ ਹੀ ਖਜ਼ਾਨਾ ਕਿਵੇਂ ਭਰ ਗਿਆ? ਇਹ ਇਤਫਾਕ ਜਿਹੜੀ ਅਫਸੋਸ ਵਾਲੀ ਗੱਲ ਤੇ ਹੈ ਨਾ, ਤੇ ਹੁਣ ਤਾਂ ਜਦੋਂ ਤੱਕ ਮੈਂ ਸੀਟ ਤੇ ਬੈਠਾ ਸੀ ਉਦੋਂ ਤੱਕ ਖਜ਼ਾਨਾ ਖਾਲੀ ਹੋ ਗਿਆ। ਮੈਂ ਪੁੱਛ ਰਿਹਾ ਆਪਣੇ MLA ਸਾਹਿਬ ਨੂੰ, ਜਿਹੜੇ ਸਾਡੇ ਮਨਪ੍ਰੀਤ ਬਾਦਲ ਸਾਹਿਬ ਨੂੰ, ਵੀ ਜਦੋਂ ਮੈਂ ਸੀਟ ਤੋਂ ਹਟਿਆ ਤੇ ਉਦੋਂ ਹੀ ਖਜ਼ਾਨਾ ਭਰ ਗਿਆ। ਕਿਉਂ? ਅਗਰ ਜੋ 3 ਸਾਲ ਖਰਾਬ ਗਏ ਸਾਡੇ ਕਾਰਪੋਰੇਸ਼ਨ ਦੇ, ਸਾਡੇ ਬੇਕਾਰ ਗਏ, ਲੋਕਾਂ ਨੂੰ ਸੁਵਿਧਾ ਦਿੰਦੇ, ਲੋਕਾਂ ਨੂੰ ਅਸੀਂ ਲੋਕਾਂ ਤੱਕ ਹਰ ਚੀਜ਼ ਦੀ ਜਨ ਤੱਕ ਅਸੀਂ ਹਰ ਚੀਜ਼ ਦੀ ਸੁਵਿਧਾ ਲੋਕਾਂ ਨੂੰ ਦਿੰਦੇ, ਚਾਹੇ ਵਾਟਰ ਸਪਲਾਈ ਹੁੰਦੀ, ਚਾਹੇ ਸੀਵਰ ਦਾ ਗੱਲ ਕਰ ਲਾਂ, ਚਾਹੇ ਮੈਂ ਬਾਰਿਸ਼ ਦੇ ਪਾਣੀ ਦੀ ਗੱਲ ਕਰ ਲਾਂ। ਸਿਰਫ ਇੰਨਾ ਕੀ ਰੋਸ ਸੀਗਾ ਕਿ ਮੈਂ ਅਕਾਲੀ ਦਲ ਦਾ ਮਤਲਬ ਉੱਥੇ ਮੇਅਰ ਬੈਠਿਆ?
ਸੋ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਰੋਸ ਬਹੁਤ ਵੱਡਾ ਚਲੋ ਨੁਕਸਾਨ ਹੋਇਆ। ਤੁਹਾਡਾ ਗਿਲਾ ਜਿਹੜਾ ਔਰ- ਉਹ ਔਰ ਬਿਲਕੁਲ ਮੇਰੇ ਮਨ ਤੇ ਜੋ ਇਸ ਹੈ, ਗੱਲ ਦਾ ਪਰ- ਬਹੁਤ ਰੇਸ਼ਨ ਹੋਈ ਕਿ ਮੈਂ ਕਦੀ ਬਠਿੰਡੇ 'ਚ ਪੱਖਪਾਤ ਨਹੀਂ ਕੀਤਾ, ਭਾਵੇਂ ਕੋਈ ਵੀ ਆ ਗਿਆ, ਜਿੱਥੇ ਡਿਵੈਲਪਮੈਂਟ ਹੋਣ ਵਾਲੀ ਉੱਥੇ ਡਿਵੈਲਪਮੈਂਟ ਕਰਕੇ ਹਟੇ ਆ। ਔਰ ਮੈਂ ਕਹਾਂਗਾ ਤੁਹਾਡਾ ਗਿਲਾ ਜਿਹੜਾ ਆਪਦੀ ਜਗ੍ਹਾ ਤੇ ਜਾਇਜ਼ ਹੋ ਸਕਦਾ ਹੈ, ਹਾਂਜੀ। ਪਰ ਇਸ ਵੇਲੇ ਸਰਕਾਰ ਕੋਲੇ ਇੰਨਾ ਕੁ ਪੈਸਾ ਹੈ ਕਿ ਬਰਬਾਦ ਹੋ ਰਿਹਾ ਪੈਸਾ। ਹਾਂਜੀ ਤੇ ਮੈਂ ਇੱਕ ਸਟੋਰੀ ਹੋਰ ਇੱਕ ਦਿਖਾਉਣ ਲੱਗਿਆ ਤੁਹਾਨੂੰ। ਇਹ ਖਬਰ ਹੈ ਬਠਿੰਡਾ ਦੇ ਇਸ ਵੇਲੇ ਸੜਕਾਂ ਦੇ ਉੱਤੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਔਰ ਬਰਸਾਤ ਦੀ ਰੁੱਤ ਦੇ ਵਿੱਚ ਪਾਇਆ ਜਾ ਰਿਹਾ। ਪਹਿਲਾਂ ਇਹ ਖਬਰ ਦੇਖ ਲੈਂਦੇ ਆਪਾਂ, ਉਸ ਤੋਂ ਬਾਅਦ ਇਸ ਤੇ ਚਰਚਾ ਕਰਾਂਗੇ। ਆਮ ਕਰਕੇ ਪ੍ਰੀਮਿਕਸ ਦਾ ਜਿਹੜਾ ਇਹ ਮੌਸਮ ਬਰਸਾਤਾਂ ਦਾ ਬਿਲਕੁਲ ਨਹੀਂ ਹੁੰਦਾ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੋਈ ਹੈ ਕਿ ਅਜੇ ਅਗਲੇ ਦਿਨ ਕੁਝ ਦਿਨ ਹੋਰ ਬਾਰਿਸ਼ ਹੋਊਗੀ। ਪਹਿਲਾਂ ਇਹ ਸਟੋਰੀ ਦਿਖਾ ਦਿੰਦੇ ਹਾਂ ਕਿ ਕਿਵੇਂ ਜਿਹੜੀ ਨਗਰ ਨਿਗਮ ਹੈ ਉਹ ਪ੍ਰੀਮਿਕਸ ਪਾਉਣ ਲੱਗੀ ਹੋਈ ਹੈ ਸੜਕਾਂ ਤੇ, ਤਾਰਕੋਲ ਦੀ ਜਿਹੜੇ ਸੜਕਾਂ ਬਣਾਉਣ ਲੱਗੀ ਹੋਈ ਹੈ। ਦੂਜੇ ਪਾਸੇ ਮੀਂਹ ਜਿਹੜਾ ਹੈ ਉਹ ਕੁਝ ਘੰਟਿਆਂ ਦੇ ਵਿੱਚ ਹੀ ਉਹਨੂੰ ਰੋੜ ਰਿਹਾ ਹੈ, ਤੋੜ ਰਿਹਾ ਹੈ ਤੇ ਜਨਤਾ ਦਾ ਪੈਸਾ ਕਿਵੇਂ ਬਰਬਾਦ ਹੋ ਰਿਹਾ। ਤੁਹਾਨੂੰ ਪਹਿਲਾਂ ਇਹ ਰਿਪੋਰਟ ਦਿਖਾ ਦਿੰਦੇ ਹਾਂ, ਉਸ ਤੋਂ ਬਾਅਦ ਇਸ ਤੇ ਫਿਰ ਚਰਚਾ ਕਰਾਂਗੇ। ਇੰਨੀ ਦਿਨੀ ਬਠਿੰਡਾ ਨਗਰ ਨਿਗਮ ਦਾ ਬਾਬਾ ਆਦਮ ਹੀ ਨਿਰਾਲਾ ਹੈ। ਜਨਤਾ ਤੇ ਮੋٹے-ਮੋٹے ਟੈਕਸ ਲਗਾ ਕੇ ਵਸੂਲਿਆ ਪੈਸਾ ਤੁਗਲਕੀ ਢੰਗ ਨਾਲ ਪਾਣੀ ਵਿੱਚ ਰੋੜਿਆ ਜਾ ਰਿਹਾ ਹੈ। ਜੇ ਸਾਡੀ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਖੁਦ ਵੇਖ ਲਓ। ਇਸ ਵੇਲੇ ਜਦੋਂ ਬਠਿੰਡਾ ਦੀਆਂ ਸੜਕਾਂ ਥੋੜੀ ਜਿਹੀ ਬਾਰਿਸ਼ ਨਾਲ ਦਰਿਆ ਬਣ ਰਹੀਆਂ ਹਨ ਤਾਂ ਨਗਰ ਨਿਗਮ ਇਨ੍ਹਾਂ ਸੜਕਾਂ ਨੂੰ ਤਾਰਕੋਲ ਪ੍ਰੀਮਿਕਸ ਪਾ ਕੇ ਬਣਾਉਣ ਵਿੱਚ ਜੁਟਿਆ ਹੋਇਆ ਹੈ। ਇਹ ਅਨਾੜੀ ਬੰਦੇ ਵੀ ਜਾਣਦੇ ਹਨ ਕਿ ਤਾਰਕੋਲ ਯਾਨੀ ਕਿ ਲੁੱਕ ਨਾਲ ਬਣੀ ਸੜਕ ਨੂੰ ਸਭ ਤੋਂ ਵੱਧ ਨੁਕਸਾਨ ਪਾਣੀ ਨਾਲ ਹੀ ਹੁੰਦਾ ਹੈ। ਟੈਕਨੀਕਲ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਬਰਸਾਤਾਂ ਵਿੱਚ ਤਾਰਕੋਲ ਦੀਆਂ ਸੜਕਾਂ ਬਣਾਉਣ ਦੀ ਇਹ ਕਾਹਲੀ ਜਨਤਾ ਦਾ ਪੈਸਾ ਬਰਬਾਦ ਕਰਨ ਵਾਲੀ ਹੈ, ਕਿਉਂਕਿ ਨਵੀਂ ਬਣੀ ਤਾਰਕੋਲ ਦੀ ਸੜਕ ਤੇ ਪਾਣੀ ਲੱਗਣ ਨਾਲ ਇਹ ਸੜਕ ਪਲਾਂ ਵਿੱਚ ਹੀ ਟੁੱਟ ਜਾਂਦੀ ਹੈ ਤੇ ਇਹ ਪਰਸਰਾਮ ਨਗਰ ਦੀ ਮੁੱਖ ਸੜਕ ਇਸ ਦੀ ਮਿਸਾਲ ਵੀ ਬਣੀ ਹੈ। ਇੱਥੇ ਬੀਤੇ ਬੁੱਧਵਾਰ ਸ਼ਾਮ ਨੂੰ ਨਗਰ ਨਿਗਮ ਵੱਲੋਂ ਪ੍ਰੀਮਿਕਸ ਪਵਾਈ ਗਈ, ਪਰ ਵੀਰਵਾਰ ਨੂੰ ਹੋਈ ਬਾਰਿਸ਼ ਕਾਰਨ ਇਹ ਸੜਕ 24 ਘੰਟੇ ਵੀ ਨਾ ਕੱਟੀ ਬਲਕਿ ਪਹਿਲਾਂ ਹੀ ਉਖੜ ਗਈ। ਇਹੀ ਨਹੀਂ, ਵੀਰਵਾਰ ਨੂੰ ਉਖੜਨ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਫਿਰ ਇਹ ਸੜਕ ਨਗਰ ਨਿਗਮ ਦੁਆਰਾ ਬਣਾ ਦਿੱਤੀ ਗਈ। ਇਹ ਜਨਤਾ ਦੇ ਪੈਸੇ ਦੀ ਬਰਬਾਦੀ ਨਹੀਂ ਤਾਂ ਹੋਰ ਕੀ ਹੈ, ਜਦੋਂ ਕਿ ਮੌਸਮ ਵਿਭਾਗ ਵੀ ਲਗਾਤਾਰ ਬਾਰਿਸ਼ ਦੀਆਂ ਚੇਤਾਵਨੀਆਂ ਜਾਰੀ ਕਰ ਰਿਹਾ ਹੈ ਤੇ ਇਹ ਟੈਕਨੀਕਲੀ ਤੱਥ ਹੈ ਕਿ ਤਾਰਕੋਲ ਦੀਆਂ ਸੜਕਾਂ ਬਣਾਉਣ ਲਈ ਅਪ੍ਰੈਲ ਤੋਂ ਜੂਨ ਤੱਕ ਦਾ ਸਮਾਂ ਸਭ ਤੋਂ ਢੁਕਵਾਂ ਹੁੰਦਾ ਹੈ। ਪਰ ਹੁਣ ਬਾਰਿਸ਼ਾਂ ਵਿੱਚ ਕੀਤੀ ਜਾ ਰਹੀ ਇਹ ਕਾਹਲੀ ਤੋਂ ਜਨਤਾ ਹੈਰਾਨ ਤਾਂ ਹੈ ਹੀ, ਨਾਲ ਹੀ ਆਪਣੇ ਪੈਸੇ ਦੀ ਬਰਬਾਦੀ ਨੂੰ ਲੈ ਕੇ ਪਰੇਸ਼ਾਨ ਵੀ ਹੈ। ਇਹ ਦੇਖੀ ਰਿਪੋਰਟ, ਤੁਸੀਂ ਸਮਝ ਗਏ ਹੋਵੋਗੇ ਕੀ ਹਾਲਾਤ ਨੇ। ਬਠਿੰਡਾ ਨਗਰ ਨਿਗਮ ਦਾ ਬਾਬਾ ਆਦਮ ਨਿਰਾਲਾ ਹੀ ਹੈ। ਬਰਸਾਤਾਂ ਦੇ ਵਿੱਚ ਤਾਰਕੋਲ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਔਰ ਕੁਝ ਘੰਟਿਆਂ ਦੇ ਵਿੱਚ ਹੀ ਸੜਕਾਂ ਰੁੜ ਰਹੀਆਂ ਨੇ ਔਰ ਇਹ ਲੱਖਾਂ ਰੁਪਏ ਜਨਤਾ ਦੇ ਖੂਨ ਪਸੀਨੇ ਦੀ ਉਹ ਕਮਾਈ ਹੈ, ਟੈਕਸਾਂ ਦਾ ਉਹ ਪੈਸਾ ਹੈ ਜਿਹਦੇ ਵਾਸਤੇ ਆਮ ਕਰਕੇ ਨਗਰ ਨਿਗਮ ਜਿਹੜੀ ਹੈ ਉਹ ਜਟਾਜੂਟ ਹੁੰਦੀ ਰਹਿੰਦੀ ਹੈ, ਲੋਕਾਂ ਨਾਲ ਖਿੱਚੋਤਾਣ ਹੁੰਦੀ ਰਹਿੰਦੀ ਹੈ। ਲੋਕ ਧਰਨੇ ਤੱਕ ਲਾਉਂਦੇ ਨੇ ਟੈਕਸਾਂ ਦੇ ਵਿਰੋਧ ਦੇ ਵਿੱਚ, ਪਰ ਉਹ ਟੈਕਸ ਵਸੂਲ ਕੇ ਕਿਵੇਂ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ। ਬਰਸਾਤਾਂ ਦੀ ਰੁੱਤ ਦੇ ਵਿੱਚ ਤਾਰਕੋਲ ਦੀਆਂ ਸੜਕਾਂ ਪਾਉਣੀਆਂ ਜਿਹੜੀਆਂ ਉਹ ਅਕਲਮੰਦੀ ਨਹੀਂ ਕਹੀ ਜਾਂਦੀ, ਕਿਉਂਕਿ ਆਮ ਕਰਕੇ ਤਾਰਕੋਲ ਦੀਆਂ ਸੜਕਾਂ ਵਾਸਤੇ ਜਿਹੜਾ ਢੁਕਵਾਂ ਮੌਸਮ ਉਹ ਅਪ੍ਰੈਲ ਤੋਂ ਜਿਹੜਾ ਜੂਨ ਤੱਕ ਦਾ ਮੰਨਿਆ ਜਾਂਦਾ ਹੈ। ਤੇ ਫਿਰ ਵੀ ਜਦੋਂ ਹੁਣ ਇਸ ਵੇਲੇ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਹੈ, ਅਗਲੇ ਕੁਝ ਦਿਨ ਤੱਕ ਤਾਂ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹੈ ਮੌਸਮ ਵਿਭਾਗ ਵੱਲੋਂ ਬਾਰਿਸ਼ਾਂ ਦੀ, ਤਾਂ ਇਸ ਦੇ ਬਾਵਜੂਦ ਕਾਹਲੀ ਕੀ ਹੈ, ਸਮਝ ਤੋਂ ਪਰੇ ਹੈ। ਮੇਅਰ ਸਾਹਿਬ, ਤੁਹਾਡੇ ਤੋਂ ਜਾਣ ਲੈਂਦੇ ਹਾਂ ਕੀ ਹੋ ਰਿਹਾ ਹੈ ਇਹ ਨਗਰ ਨਿਗਮ 'ਚ। ਇਸ ਤਰ੍ਹਾਂ ਪਹਿਲਾਂ ਵੀ ਕਦੀ ਹੋਇਆ ਤੁਹਾਡੇ ਕਾਰਜਕਾਲ 'ਚ? ਦੇਖੋ, ਮੈਨੂੰ ਅੱਜ 40 ਸਾਲ ਹੋ ਗਏ ਬਈ ਕਾਰਪੋਰੇਸ਼ਨ ਦੇ ਵਿੱਚ ਮੈਂਬਰ ਬਣਦੇ ਨੂੰ, ਤੇ ਮੈਂ ਮੇਅਰ ਵੀ 5 ਸਾਲ ਰਹਿ ਗਿਆ। ਪਰ ਲੇਕਿਨ ਜਦੋਂ ਬਾਰਿਸ਼ਾਂ ਦਾ ਮੌਸਮ ਸੀਜ਼ਨ ਆਉਂਦਾ ਹੈਗਾ, ਅਸੀਂ ਉਦੋਂ ਜਿੰਨੀ ਪ੍ਰੀਮਿਕਸ ਪਾਣੀ ਅਸੀਂ ਸਾਰੀ ਬੰਦ ਕਰ ਦਿੰਦੇ ਹਾਂ, ਕਿਉਂਕਿ ਲੋਕਾਂ ਦੇ ਕੋਲੋਂ ਬੜਾ ਔਖਾ ਪੈਸਾ ਇਕੱਠਾ ਕੀਤਾ ਹੁੰਦਾ ਹੈ। ਇਹ ਲੋਕਾਂ ਦਾ ਟੈਕਸ ਦੇ ਰਾਹੀਂ ਜਿਹੜਾ ਕਿ ਸਾਡੇ ਮੁਲਾਜ਼ਮ ਵੀ ਇਕੱਠੇ ਕਰਦੇ ਜਾ ਕੇ, ਇਹ ਉਹਨਾਂ ਨੂੰ ਪੁੱਛੋ ਜਿਹੜਾ ਲੋਕਾਂ ਨੂੰ ਅੱਜ ਬਿਲਕੁਲ ਰੁਜ਼ਗਾਰ ਨਹੀਂ ਹੈ। ਔਰ ਪ੍ਰਾਪਰਟੀ ਟੈਕਸ ਦੇ ਰਾਹੀਂ, ਜੇ ਦੂਜੇ ਟੈਕਸਾਂ ਦੇ ਰਾਹੀਂ ਮੈਂ ਗੱਲ ਕਰ ਲਾਂ, ਲੋਕ ਆਪਣਾ ਢਿੱਡ ਬੰਨ੍ਹ ਕੇ ਕਾਰਪੋਰੇਸ਼ਨ ਨੂੰ ਫੰਡ ਦਿੰਦੇ, ਆਪਣਾ ਟੈਕਸ ਦਿੰਦੇ ਨੇ। ਉਹ ਜਿਹੜਾ ਲੋਕਾਂ ਦਾ ਜਿਹੜਾ ਰੁਪਈਆ ਦਿੱਤਾ ਹੋਇਆ ਅੱਜ ਉਹਨੂੰ ਬਰਬਾਦ ਕਰਨ ਲੱਗੇ ਹੋਏ ਆ। ਮੈਂ ਇਹ ਗੱਲ ਕਹਾਂਗਾ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਇੱਥੋਂ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਬਾਦਲ ਜੀ, ਉਹਨਾਂ ਦੀ ਬਣਦੀ ਹੈ, ਕਿਉਂਕਿ ਅਫਸਰ ਨੇ ਦਾ ਕੰਮ ਕਰਨਾ ਹੁੰਦਾ ਹੈ, ਲੇਕਿਨ ਇਹ ਦੇਖਣਾ ਹੁੰਦਾ। ਫਿਰ ਇਹ ਕਾਹਲੀ ਕਿਉਂ ਹੈ? ਇਹ ਕਾਹਲੀ ਪਤਾ ਨਹੀਂ ਇਹਨਾਂ ਨੂੰ ਕੀ ਲੱਗਿਆ। ਕਿਤੇ ਇਲੈਕਸ਼ਨ ਕਰਾ ਰਹੇ, ਦੱਸਦੇ, ਕਿਤੇ ਮੈਂ ਤਾਂ ਪੇਪਰ 'ਚ ਪੜ੍ਹੀ ਜਾਂਦਾ, ਤੇ ਹੋਰ ਵੀ ਕਹਿੰਦੇ ਨਹੀਂ ਹਾਲੇ ਤਾਂ ਦੇਖੋ ਜੇ 10-15 ਦਿਨ ਰੁਕ ਜਾਣ ਉਦੋਂ ਤੱਕ ਬਾਰਿਸ਼ਾਂ ਰੁਕ ਜਾਣਗੀਆਂ। ਮੈਂ ਕਹੀ ਜਾਂਦੇ ਜੇ ਇਲੈਕਸ਼ਨ ਹੈ ਤੇ ਪੈਸੇ ਤੇ ਬਰਬਾਦ ਨਹੀਂ ਕਰਨੇ, 10 ਦਿਨਾਂ ਬਾਅਦ ਬਾਰਿਸ਼ ਛੱਡ ਜਾਏਗੀ। ਔਰ ਮੈਂ ਕਹਿੰਦਾ ਕਿ ਜਿਹੜੇ ਟੋਏ ਪਏ ਆ, ਜਿਹੜੇ ਸੜਕਾਂ ਟੁੱਟੀਆਂ ਫੁੱਟੀਆਂ ਸਾਰੀਆਂ ਤੇ ਪ੍ਰੀਮਿਕਸ ਜਿਹੜੀ ਹੈ ਟੋਟਲ ਬਠਿੰਡੇ ਦੇ ਵਿੱਚ, ਜਿੱਥੇ ਕੋਈ ਸੜਕ ਨੀਵੀਂ ਹੈ ਉਹਨੂੰ ਉੱਚਾ ਚੱਕਣਾ ਚਾਹੀਦਾ ਤਾਂ ਜੋ ਬਾਰ-ਬਾਰ ਉਹ 'ਚ ਪਾਣੀ ਨਾ ਭਰੇ, ਕਿਉਂਕਿ ਪੈਸੇ ਨਸ਼ਟ ਹੁੰਦੇ ਆ। ਔਰ ਜਿਹੜੀਆਂ ਸੜਕਾਂ ਨੇ
ਉਹ ਟੋਟਲੀ ਜਿਹੜੀਆਂ ਬਠਿੰਡੇ ਦੀਆਂ ਬਣਾਉਣੀਆਂ ਚਾਹੀਦੀਆਂ, ਪਰ ਬਾਰਿਸ਼ ਤੋਂ ਬਾਅਦ ਬਣਾਉਣੀਆਂ ਚਾਹੀਦੀਆਂ। ਮੈਂ ਦੇਖੀ ਜੇ ਨਾ ਪਤਾ ਨਹੀਂ ਕੀ ਕਾਹਲੀ ਇਹਨਾਂ ਨੂੰ, ਕੋਈ ਇਲੈਕਸ਼ਨ ਹੈ ਕੀ ਹੈ, ਜਿਹੜਾ ਲੋਕਾਂ ਦਾ ਇੰਨਾ ਮਿਹਨਤ ਦਾ ਖੂਨ ਪਸੀਨੇ ਦੀ ਕੀਤੀ ਹੋਈ ਕਮਾਈ ਜਿਹੜੇ ਲੋਕ ਟੈਕਸਾਂ ਦੇ ਰਾਹੀਂ ਸਾਨੂੰ ਭਰਦੇ ਨੇ, ਔਰ ਲੋਕ ਆਪਣੇ ਬੱਚਿਆਂ ਦਾ ਢਿੱਡ ਬੰਨ੍ਹ ਕੇ, ਔਰ ਮੈਂ ਕਹਾਂਗਾ ਸਾਡੀ ਕਾਰਪੋਰੇਸ਼ਨ ਨੂੰ ਜਮ੍ਹਾਂ ਕਰਾ ਕੇ ਜਾਂਦੇ ਆ। ਔਰ ਮੈਂ ਵੇਖਿਆ ਚਾਹੇ ਉਹ ਸੀਵਰ ਦੇ ਰਾਹੀਂ, ਵਾਟਰ ਸਪਲਾਈ ਦੇ ਰਾਹੀਂ ਭਰਦੇ ਹੋਣ, ਭਾਵਾਂ ਦੀ ਉਹ ਪ੍ਰਾਪਰਟੀ ਟੈਕਸ ਦੇ ਰਾਹੀਂ ਭਰਦੇ ਹੋਣ, ਭਾਵਾਂ ਉਹ ਨਕਸ਼ਾ ਫੀਸ ਹੋਵੇ। ਅੱਜ ਕੱਲ੍ਹ ਲੋਕਾਂ ਕੋਲ ਪੈਸਾ ਨਹੀਂ, ਲੋਕ ਵਿਚਾਰੇ ਲੋਕਾਂ ਤੇ ਇੰਨੇ ਨੇ ਟੈਕਸ ਜਿਹੜੇ ਪਹਿਲਾਂ ਤੋਂ ਨੇ ਤੇ ਲਾਕਡਾਊਨ ਦੇ ਵਿੱਚੋਂ ਲੋਕ ਲੰਘ ਰਹੇ ਨੇ, ਤੇ ਉਸ ਦੇ ਬਾਅਦ ਫਿਰ ਲੋਕਾਂ ਦੇ ਉਹ ਪੈਸੇ ਦੀ ਬਰਬਾਦੀ। ਮੈਂ ਬੜਾ ਨਜ਼ਦੀਕ ਤੋਂ ਦੇਖਿਆ, ਬੜਾ ਨਜ਼ਦੀਕ ਤੋਂ ਦੇਖਿਆ, ਕਿਉਂਕਿ ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਚਲੋ ਮੰਨਣੀਆਂ ਪੈਂਦੀਆਂ। ਕੁਝ ਟੈਕਸ ਜਿਹੜੇ ਲੱਗੇ ਨੇ ਬੜੇ ਹਾਈ ਫਾਈ ਟੈਕਸ ਹੁੰਦੇ ਆ, ਔਰ ਲੋਕਾਂ ਨੂੰ ਭਰਨੇ ਬੜੇ ਔਖੇ ਹੁੰਦੇ ਆ, ਔਰ ਇਹ ਉਹਨਾਂ ਪੈਸਿਆਂ ਨੂੰ ਬਰਬਾਦ ਕਰ ਰਹੇ ਆ। ਜਿਹੜੀ ਲੁੱਕ ਪੈ ਰਹੀ ਹੈ, ਜਿਹੜੀ ਪ੍ਰੀਮਿਕਸ ਪੈ ਰਹੀ ਹੈ, ਉਹ ਸਾਰੀ 10 ਦਿਨਾਂ 'ਚ ਖਿੱਲਰ ਜਾਏਗੀ, ਰੁੜ ਜਾਏਗੀ, ਤੇ ਲੋਕਾਂ ਦਾ ਪੈਸਾ ਜਿਹੜਾ ਨਸ਼ਟ ਹੋ ਰੁੜ ਰਹੀ ਹੈ। ਬਿਲਕੁਲ ਪਰਸਰਾਮ ਨਗਰ ਰੋਡ ਦੀ ਅਸੀਂ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ। ਉਹ ਸਾਰਾ ਜਿਹੜਾ ਪੈਸਾ ਲੋਕਾਂ ਦਾ 24 ਘੰਟੇ ਦੇ ਅੰਦਰ ਅੰਦਰ ਸੜਕ ਰੁੜ ਗਈ ਹੈ। ਲੋਕਾਂ ਦਾ ਫੰਡ ਜਿਹੜਾ ਹੈਗਾ ਉਸ ਜਮਾਂ ਬਰਬਾਦ ਕਰੀ ਜਾਂਦੇ ਆ। ਮੈਂ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਲੋਕਾਂ ਦਾ ਪੈਸਾ, ਮਿਹਨਤ ਦਾ ਪੈਸਾ, ਮਜ਼ਦੂਰੀ ਦਾ ਪੈਸਾ, ਲੋਕਾਂ ਨੇ ਖੂਨ ਪਸੀਨਾ ਲਾ ਕੇ ਪੈਸਾ ਜਦੋਂ ਤੁਸੀਂ ਮੇਅਰ ਦੀ ਕੁਰਸੀ ਤੇ ਬੈਠੇ ਸੀ, ਤੁਸੀਂ ਇਹ ਮਹਿਸੂਸ ਕਰਦੇ ਸੀ ਵੀ ਲੋਕਾਂ ਦੇ ਉੱਤੇ ਕਿਤੇ ਨਾ ਕਿਤੇ ਟੈਕਸਾਂ ਦਾ ਬੋਝ ਹੈ ਤਾਂ ਜ਼ਿਆਦਾ ਹੈ ਨਾ? ਨਹੀਂ, ਮਹਿਸੂਸ ਕਰਦੇ ਆ ਵੀ ਜਿਹੜਾ ਟੈਕਸ ਜਿਹੜਾ ਵੀ ਮਤਲਬ ਆਤਮਾ ਕਈ ਵਾਰੀ ਨਹੀਂ ਕਰਦੀ ਲੈਣ ਵਾਸਤੇ ਵੀ ਨਹੀਂ ਹੋਣੇ ਚਾਹੀਦੇ ਟੈਕਸ। ਲੋਕ ਤਾਂ ਬਿਜਲੀ ਦੇ ਬਿੱਲ ਨਹੀਂ ਭਰ ਸਕਦੇ ਵਿਚਾਰੇ, ਉਹਨਾਂ ਦਾ ਫੇਰ ਲੱਖਾਂ ਰੁਪਏ ਦਾ ਇਕੱਠਾ ਹੋ ਜਾਂਦਾ ਹੈ। ਸਾਡੀਆਂ ਮਜਬੂਰੀਆਂ ਹੁੰਦੀਆਂ ਵੀ ਉਹ ਮਤਲਬ ਜਿਹੜਾ ਟੈਕਸ ਲੈਣਾ ਹੈ, ਪਰ ਉਹ ਟੈਕਸ ਲੈ ਕੇ ਜੇ ਉਹਦੇ ਵਿੱਚ ਕੁਤਾਹੀ ਵਰਤਦੇ ਆ ਤਾਂ ਫਿਰ ਸਭ ਤੋਂ ਵੱਡਾ ਪਾਪ ਹੈ। ਲੋਕਾਂ ਦੇ ਨਾਲ ਧੋਖਾ ਹੈ, ਜਿਹੜਾ ਲੋਕਾਂ ਦਾ ਪੈਸਾ ਨਸ਼ਟ ਕਰਨਾ, ਔਰ ਸਿਰਫ ਇੱਕ ਹੋਰ ਦਾ ਬੈਨੀਫਿਟ ਲੈਣ ਵਾਸਤੇ। ਇੱਕ ਹੋਰ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਪਰਸਰਾਮ ਨਗਰ ਰੋਡ ਤੇ ਹੈ, ਇੱਕ ਵਾਰ ਸੜਕ ਪਾ ਦਿੱਤੀ ਗਈ, 24 ਘੰਟਿਆਂ ਦੇ ਵਿੱਚ ਬਾਰਿਸ਼ ਹੋਈ, ਰੁੜ ਗਈ। ਹਾਂਜੀ। ਉਸ ਤੋਂ ਬਾਅਦ ਦੁਬਾਰਾ ਅਗਲੇ ਦਿਨ ਹੀ ਕੁਝ ਘੰਟਿਆਂ ਦੇ ਬਾਅਦ ਹੀ ਉੱਥੇ ਦੁਬਾਰਾ ਪਾ ਦਿੱਤੀ ਜਾਂਦੀ ਹੈ ਪ੍ਰੀਮਿਕਸ। ਹਾਲਾਂਕਿ ਇਸ ਨੂੰ ਕੋਈ ਬਹੁਤ ਹੀ ਸਮਝਦਾਰੀ ਵਾਲੀ ਗੱਲ ਤਾਂ ਨਹੀਂ ਕਹੀ ਜਾਂਦੀ, ਪਰ ਦੂਰਾ ਖਰਚਾ ਜਿਹੜਾ ਪਿਆ ਉਹ ਕਿਸ ਦੇ ਸਿਰ ਜਾਏਗਾ? ਇੱਕੋ ਥਾਂ ਤੇ ਸੜਕ ਜਿਹੜੀ ਆ ਉਹ ਦੂਰੀ ਵਾਰ ਬਣਾਉਣੀ ਪਈ, ਕਿੱਥੇ ਉਨੀ ਸੜਕ ਜਿਹੜੀ ਆ ਉਹ ਹੋਰ ਬਣਾਈ ਜਾ ਸਕਦੀ ਸੀ ਕਿਤੇ ਸ਼ਹਿਰ 'ਚ। ਇੱਕ ਗੱਲ ਤਾਂ ਜ਼ਰੂਰ ਕਹਾਂਗਾ, ਦੁੱਗਣਾ ਪੈਸਾ ਬਰਬਾਦ ਹੋਇਆ ਨਾ। ਵੀ ਜੇ ਕਈ ਵਾਰੀ ਗਲਤੀ ਹੋ ਜਾਏ, ਉਹ ਗਲਤੀ ਲੁਕਾਉਣ ਵਾਸਤੇ ਬੰਦਾ 10 ਗਲਤੀਆਂ ਹੋਰ ਕਰਦਾ। ਤੇ ਉਹ ਤਾਂ ਉਹ ਗੱਲ ਹੋ ਗਈ ਵੀ ਕੱਲ ਸੜਕ ਬਣਾਈ, ਉਹ ਮੀਂਹ ਪੈ ਗਿਆ, ਰੁੜ ਗਈ, ਦੁਬਾਰਾ ਫੇਰ ਬਣਾਉਣ ਲੱਗ ਗਏ। ਮੈਂ ਕਹਾਂਗਾ ਇਹਦੇ ਵਿੱਚ ਜਿਹੜਾ ਹੈਗਾ ਵਿਸ਼ੇਸ਼ ਰੋਲ ਲੀਡਰ ਦਾ ਹੁੰਦਾ, ਜਿਹੜਾ ਲੀਡ ਕਰਦਾ। ਔਰ ਜਿਹੜਾ ਇਸ ਟਾਈਮ ਜਿਹੜਾ ਅੱਜ ਬਠਿੰਡਾ ਜਿਹੜਾ ਹੈਗਾ ਕਾਬਜ਼ ਜਿਹੜੇ ਹੈਗੇ ਨੇ, ਉਹ ਸਾਡੇ ਖਜ਼ਾਨਾ ਮੰਤਰੀ ਹੈਗੇ ਨੇ, ਮਨਪ੍ਰੀਤ ਬਾਦਲ ਜੀ ਹੈਗੇ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਫੰਡ ਹੈ, ਲੋਕਾਂ ਦਾ ਪੈਸਾ, ਲੋਕਾਂ ਦਾ ਖੂਨ ਪਸੀਨੇ ਦਾ ਪੈਸਾ ਇਕੱਠਾ ਹੋਇਆ, ਵੀ ਇਹਨੂੰ ਜਿਹੜਾ ਹੈਗਾ ਅਫੀਸਰਾਂ ਸਾਹਿਬਾਂ ਨੂੰ ਐਂ ਕਹਿਣ ਬਈ ਇਹ ਜਿਹੜਾ ਮੁਲਾਜ਼ਮਾਂ ਨੂੰ ਕਹਿਣ ਵੀ ਇਹ ਨਾ ਹਾਲੇ ਪਾਓ, ਇਹਨੂੰ ਜਦੋਂ ਬਾਰਿਸ਼ਾਂ ਚਲੇ ਜਾਣ ਉਦੋਂ ਜਿਹੜੀਆਂ ਸੜਕਾਂ ਚੱਕ ਕੇ ਔਰ ਵਧੀਆ ਤਰੀਕੇ ਨਾਲ ਥੱਲੇ BM ਪਾ ਕੇ ਸੜਕਾਂ ਫੇਰ ਬਣਨੀਆਂ ਚਾਹੀਦੀਆਂ। ਇੱਕ ਤਾਂ BM ਨਹੀਂ ਪਾਉਂਦੇ, ਅੱਧੀ ਅੱਧੀ ਮਾੜੀ ਮਾੜੀ ਬਜਰੀ ਪਾ ਕੇ ਪਾਰ ਚਲੇ ਜਾਂਦੇ ਆ, ਮਾਨਦੰਡਾਂ ਤੇ ਸਹੀ ਨਹੀਂ ਉਤਰਦੀ। ਔਰ ਮੈਂ ਗੱਲ ਹੋਰ ਕਹਿਣਾ, ਜਿਹੜੀਆਂ ਸਾਡੇ ਟਾਈਮ ਸੜਕਾਂ ਬਣੀਆਂ ਸਾਰੀਆਂ BM ਪੈ ਕੇ ਬਣੀਆਂ, ਔਰ ਚੈੱਕ ਕਰਨਾ ਸੜਕਾਂ ਫਸਟ ਕਲਾਸ ਬਣੀਆਂ। ਕੁਝ ਸੜਕਾਂ ਸਾਡੀਆਂ ਪ੍ਰੀਮਿਕਸ ਨਾਲ ਬਣੀਆਂ, ਕੁਝ BM ਪੈ ਕੇ ਬਣੀਆਂ। ਪਰ ਇਧਰ ਤੁਹਾਡੇ ਟਾਈਮ 'ਚ ਇੱਕ ਕਹਿ ਲਈਏ ਸ਼ਿਵ ਮੰਦਿਰ ਦੇ ਕੋਲ ਇਧਰ ਜਿਹੜੀ ਸਿਵਲ ਲਾਈਨ ਦੇ ਵਿੱਚ ਸੜਕ ਟੁੱਟੀ ਸੀ, ਉਹ ਕਿਹਨੇ ਬਣਾਈ ਸੀ? ਉਹ ਜਿਹੜੀ ਸਾਡੇ ਟਾਈਮ ਜਿਹੜੀ ਬਣੀ ਸੀ, ਉਦੋਂ ਉਹ ਨਗਰ ਨਿਗਮ ਨੇ ਬਣਾਈ ਸੀ ਜਾਂ BDA ਨੇ ਬਣਾਈ ਸੀ? ਨਹੀਂ, ਉਹ ਨਗਰ ਨਿਗਮ ਦੀ ਬਣੀ ਸੀ। ਉਸੇ ਵੇਲੇ ਅਸੀਂ ਉਹਨੂੰ ਜੁਰਮਾਨਾ ਕਰਕੇ ਤੇ ਉਸ ਦੀ ਜਿਹੜੀ ਪੈਸੇ ਦੀ ਕਟਿੰਗ ਕੀਤੀ ਸੀ, ਔਰ ਦੁਬਾਰਾ ਜਿਹੜਾ ਹੈਗਾ ਉਸਨੇ ਕੰਮ ਕਰਕੇ ਫਿਰ ਇਹਨੂੰ ਪੇਮੈਂਟ ਦੇਣੀ ਹੈ। ਫਿਰ ਕਹੇ ਅਸੀਂ ਮੈਨੂੰ ਬਲੈਕ ਲਿਸਟ ਕਰ ਦਿਓ ਜਿਸ ਬੰਦੇ ਨੇ ਕੰਮ ਕਰਿਆ। ਕਿਉਂ ਮੇਅਰ ਸਾਹਿਬ, ਉਹ ਹੋਇਆ ਕਿਉਂ ਸੀ? ਉਹ ਸੜਕ ਦੀ ਕੁਝ ਦਿਨਾਂ ਬਾਅਦ ਹੀ ਬਿਲਕੁਲ ਆਹੀ ਕੁਝ ਜੋ ਹੁਣ ਪਰਸਰਾਮ ਨਗਰ ਰੋਡ ਤੇ ਹੋਇਆ, ਸੇਮ ਉਹੀ ਚੀਜ਼ ਇੱਧਰ ਹੋਈ ਸੀ। ਇਹ ਕਿਉਂ ਹੁੰਦਾ? ਕੀ ਹੁੰਦਾ? ਮਤਲਬ ਮਟੀਰੀਅਲ ਜਿਹੜਾ ਉਹਦੇ 'ਚ ਕਿਰਸ ਕੀਤੀ ਜਾਂਦੀ ਹੈ, ਕੀ ਹੁੰਦਾ? ਉਹ ਦੇਖੋ ਇਸ ਤਰ੍ਹਾਂ ਹੈਗਾ ਵੀ ਜਦੋਂ ਤੁਸੀਂ ਕੰਮ ਦੇਖਣਾ ਜੇ, ਜਿਹੜੀਆਂ 2017 ਤੋਂ ਪਹਿਲਾਂ ਸੜਕਾਂ ਬਣੀਆਂ ਉਹਨਾਂ ਦਾ ਮਟੀਰੀਅਲ ਅੱਜ ਵੀ ਕੱਢ ਕੇ ਦੇਖ ਲਓ ਤੁਸੀਂ, ਐ ਜਮਾ ਛਿੱਕੇ ਬੰਦ ਪਿਆ ਹੋ। ਜੇ ਅਗਰ ਮਟੀਰੀਅਲ 'ਚ ਕਮੀ ਨਾ ਹੋਊਗੀ ਤਾਂ ਸੜਕ ਟੁੱਟਦੀ ਨਹੀਂ। ਮੈਂ ਕਹਾਂਗਾ ਕਿ ਲੋਕਾਂ ਦਾ ਪੈਸਾ ਹੈਗਾ, ਕਮੀ ਨਹੀਂ ਹੋਣੀ ਚਾਹੀਦੀ। ਜਿਹੜੇ ਹੈਗੇ ਆ, ਜਿਹੜਾ ਕੰਮ ਹੋ ਗਿਆ ਇੱਕ ਵਾਰੀ, ਉਹ ਦੁਬਾਰਾ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਜੇ ਕਿੰਨੇ ਠੇਕੇਦਾਰ ਫੜੇ ਸੀ? ਮੈਂ ਜਿੰਨੇ ਮੇਰੇ ਹੱਥ ਦੋ ਆਏ ਸੀ, ਇਹੋ ਹੀ ਆਇਆ ਸੀ ਜਿਹੜਾ ਤੁਸੀਂ ਮੈਨੂੰ ਮੁੱਦਾ ਦੱਸ ਰਹੇ ਹੋ। ਮੈਂ ਉਸ ਵੇਲੇ ਰਿਕਮੈਂਡ ਕਰ ਗਿਆ ਸੀ ਕਿ ਇਹਨੂੰ ਬਲੈਕ ਲਿਸਟ 'ਚ ਕੀਤਾ ਜਾਵੇ। ਹੁਣ ਬਲੈਕ ਲਿਸਟ ਹੈ, ਇਹਦੇ ਕੋਲ ਦੁਬਾਰਾ ਕੰਮ ਨਾ ਕਰਾਇਆ ਜਾਵੇ। ਮੈਂ ਉਸ ਤੋਂ ਬਾਅਦ ਮੇਰੀ ਗੱਲ 2-3 ਵਾਰੀ ਮੇਰੀ ਗੱਲ ਹੋਈ ਸੀ। ਹੁਣ ਮੈਨੂੰ ਉਹਦਾ ਪਤਾ ਨਹੀਂ ਵੀ ਕੀ ਸਟੇਜ 'ਚ ਜਾਊਗਾ, ਕਿੱਥੇ ਗੱਲ ਖੜੀ। ਤੁਹਾਡੇ ਕਾਰਜਕਾਲ 'ਚ ਜਾਨੀ ਬਲੈਕ ਲਿਸਟ ਹੈ। ਮੈਂ ਉਹਨੂੰ ਕਹਿ ਗਿਆ ਸੀ ਵੀ ਇਹਨੂੰ ਮਤਲਬ ਉਦੋਂ ਬਾਅਦ ਕਾਰਜਕਾਲ ਮੇਰਾ ਖਤਮ ਹੋ ਗਿਆ, ਵੀ ਇਹਨੂੰ ਬਲੈਕ ਲਿਸਟ ਕੀਤਾ ਜਾਵੇ। ਔਰ ਮੇਰਾ ਖਿਆਲ ਹੁਣ ਦੇਖ ਕੇ ਪਤਾ ਲੱਗੇਗਾ ਵੀ ਬਲੈਕ ਲਿਸਟ ਹੋਇਆ ਕਿ ਨਹੀਂ ਹੋਇਆ, ਕਿਉਂਕਿ ਸੜਕ ਮਾੜੀ ਬਣਾਈ ਸੀ ਉਸਨੇ। ਮਟੀਰੀਅਲ 'ਚ ਕਮੀ ਹੈ, ਕੀ ਕਮੀ ਪਈ ਹੈ, ਔਰ ਲੋਕਾਂ ਦਾ ਪੈਸਾ ਬਰਬਾਦ ਹੋਇਆ, ਲੋਕਾਂ ਦਾ ਖੂਨ ਪਸੀਨੇ ਦਾ ਪੈਸਾ ਬਰਬਾਦ ਹੋਇਆ,
ਉਸੇ ਵੇਲੇ ਹੀ ਮੈਂ ਜਿਹੜਾ ਲੈਟਰ ਲਿਖ ਕੇ ਉਹਨੂੰ ਬਲੈਕ ਲਿਸਟ ਦਾ ਤੇ ਉਸ ਨੂੰ ਦੁਬਾਰਾ ਬਣਨ ਦਾ, ਉਹਦੀ ਪੇਮੈਂਟ ਰੋਕਣ ਦਾ ਵੀ ਨਾਲ ਦੀ ਨਾਲ ਕਹਿ ਦਿੱਤਾ ਸੀ, ਉਹਦੀ ਪੇਮੈਂਟ ਰੋਕੀ ਜਾਵੇ। ਠੀਕ ਹੈ ਜੀ, ਧੰਨਵਾਦ ਜੀ ਬਲਵੰਤ ਰਾਏ ਨਾਥ ਜੀ, ਬਹੁਤ- ਸਾਬਕਾ ਮੇਅਰ ਸਨ ਇਹ ਬਠਿੰਡਾ ਦੇ। ਤੇ ਇਸ ਤਰ੍ਹਾਂ ਹੋਰ ਅਹਿਮ ਮੁੱਦਿਆਂ ਦੀਆਂ ਗੱਲਾਂ ਲੈ ਕੇ ਤੁਹਾਡੇ ਨਾਲ, ਇਸ ਤਰ੍ਹਾਂ ਦੀ ਚਰਚਾ ਲੈ ਕੇ ਤੁਹਾਡੇ ਨਾਲ ਫਿਰ ਬਣੇ ਰਹਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਮਿਹਰਬਾਨੀ।